ਹੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੰਘ ਬਾਹਨੀ ਮਾਤ ਜਗ, ਅਸ਼ਟਭੁਜੀ ਖਲ ਕਾਲ। ਨਮਸਕਾਰ ਤੇ ਚਰਨ ਕੋ, ਉਚਰੋ ਕਥਾ ਰਸਾਲ। ਸਿੰਘ ਬਾਹਨੀ ਮਾਤ ਜਗ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਦੇ ਬੋਹਿਥ, ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਆਨੰਦਮਈ ਗੋਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਾਮ ਦੇ ਦੂਸਰੇ ਪਹਿਰ ਦੇ ਦੀਵਾਨਾਂ ਦੀ ਆਰੰਭਤਾ ਦੇ ਸਮੇਂ ਗੁਰੂ ਦਰਬਾਰ ਦੇ ਅੰਦਰ ਸ਼ੋਭਨੀਕ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅਤੇ ਦੂਰ ਦਰਾਜ ਦੇਸ਼ ਵਿਦੇਸ਼ ਦੇ ਵਿੱਚ ਮਾਧਿਅਮ ਰਾਹੀਂ ਜੁੜੇ ਰਹੇ ਪਿਆਰੇ ਸਤਸੰਗੀ ਜਨੋ, ਸ਼ਾਮ ਦੇ ਦੀਵਾਨਾਂ ਦੇ ਵਿੱਚ ਆਪ ਜੀ ਲੜੀਵਾਰ ਕਥਾ ਪਹਿਲੇ ਪਾਤਸ਼ਾਹ ਜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਬਿਰਤਾਂਤ ਸਰਵਣ ਕਰ ਰਹੇ ਹੋ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਹੈ, ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੀਆਂ ਉਦਾਸੀਆਂ ਕਰਕੇ ਬਾਅਦ ਇੱਕ ਸਮੇਂ ਹਜੂਰ ਆਪਣੇ ਨਗਰ ਤਲਵੰਡੀ ਵਿਖੇ ਪਰਤੇ। ਭਾਈ ਮਰਦਾਨਾ ਜੀ ਘਰ ਗਏ। ਗੁਰੂ ਮਹਾਰਾਜ ਬਾਹਰ, ਭਾਈ ਬਾਲਾ ਜੀ ਦੇ ਪਿਤਾ ਜੀ, ਉਹਨਾਂ ਦੇ ਜੋ ਖੂਹ ਸੀ ਉੱਥੇ ਮਹਾਰਾਜ ਟਿਕ ਗਏ। ਭਾਈ ਮਰਦਾਨਾ ਜੀ ਜਦੋਂ ਪਿੰਡ ਗਏ, ਪਿੰਡ ਦੇ ਵਾਸੀ ਉਹਨਾਂ ਨੂੰ ਮਿਲੇ, ਬੜੇ ਖੁਸ਼ ਹੋਏ ਕਿ ਭਾਈ ਮਰਦਾਨਾ ਜੀ ਨੇ ਲੰਬੀ ਯਾਤਰਾ ਤੋਂ ਬਾਅਦ ਗੁਰੂ ਜੀ ਦੇ ਨਾਲੋਂ ਪਰਤੇ ਸੀ। ਇਹ ਖਬਰ ਜਿਹੜੀ ਸੀ ਜਦੋਂ ਗੁਰੂ ਮਾਤਾ ਤ੍ਰਿਪਤਾ ਜੀ ਨੂੰ ਹੋਈ, ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਮਿਲ ਕੇ ਕਿਹਾ, ਮਰਦਾਨਾ ਤੂੰ ਚੱਲ ਆਇਆ, ਮੇਰੇ ਪੁੱਤਰ ਦੀ ਕੋਈ ਸੋਏ ਖਬਰ ਸੁਣਾ, ਉਹ ਕਿੱਥੇ ਸੋ? ਭਾਈ ਮਰਦਾਨਾ ਜੀ ਨੇ ਕਿਹਾ, ਮਾਂ ਮੈਂ ਤਾਂ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸੀ ਉਨਾ ਚਿਰ ਉਹਨਾਂ ਦੇ ਨਾਲ ਸੀ, ਬਾਅਦ ਵਿੱਚ ਮੈਨੂੰ ਨਹੀਂ ਪਤਾ ਕਿੱਥੇ ਨੇ, ਕਿਸ ਪਾਸੇ ਗਏ। ਭਾਈ ਮਰਦਾਨਾ ਜੀ ਨੇ ਇਵੇਂ ਕਿਹਾ ਜਿਵੇਂ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਸੀ ਸਾਡੇ ਬਾਰੇ ਦੱਸਣਾ ਨਹੀਂ। ਪਰ ਮਾਤਾ ਜੀ ਕੁਝ ਸਮੇਂ ਵਾਸਤੇ ਚਿੰਤਤ ਹੋਏ। ਫਿਰ ਉਹਨਾਂ ਨੇ ਮਹਿਸੂਸ ਕੀਤਾ ਵੀ ਇਹਨਾਂ ਨੂੰ ਖਬਰ ਹੈ, ਇਹਨਾਂ ਨੇ ਮੇਰੇ ਤੋਂ ਛੁਪਾਇਆ। ਜਦੋਂ ਮਰਦਾਨਾ ਜੀ ਵਾਪਸ ਗਏ, ਮਾਤਾ ਜੀ ਉਹਨਾਂ ਦੇ ਪਿੱਛੇ ਪਿੱਛੇ ਚਲੇ ਗਏ। ਜਦੋਂ ਉਹ ਸੰਧੂ ਪਰਿਵਾਰ ਦੇ ਖੂਹ ਤੱਕ ਗਏ ਤੇ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਕੋਲ ਗਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਠ ਕੇ ਖੜੇ ਹੋ ਗਏ। ਭਾਈ ਮਰਦਾਨਾ ਜੀ ਨੇ ਵੇਖਿਆ ਕਿ ਗੁਰੂ ਜੀ ਖੜੇ ਹੋਣ ਦਾ ਕੀ ਕਾਰਨ ਆ। ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ, ਮਹਾਰਾਜ ਤੁਸੀਂ ਖੜੇ ਕਿਵੇਂ ਹੋਏ? ਗੁਰੂ ਜੀ ਨੇ ਇੰਨਾ ਅਦਾਬ ਕੀਤਾ, ਕਹਿੰਦੇ ਭਾਈ ਮਰਦਾਨਾ ਪਿੱਛੇ ਮਾਂ ਤੁਰੀ ਆਉਂਦੀ ਆ। ਮਹਾਰਾਜ ਨੇ ਮਾਤਾ ਆਪਣੀ ਦੇ ਉਹਨਾਂ ਨੇ ਚਰਨੀ ਹੱਥ ਲਾਏ, ਸਪਰਸ਼ਨ ਕੀਤਾ। ਮਾਤਾ ਜੀ ਉਹਨਾਂ ਨੂੰ ਗੋਦ ਚ ਲਿਆ। ਬੜੇ ਚਿਰਾਂ ਦਾ ਵਿਛੋੜਾ ਸੀ, ਬਹੁਤ ਦਿਲ ਭਰ ਆਇਆ। ਇੰਨੇ ਲੰਬੇ ਸਮੇਂ ਬਾਅਦ ਉਹ ਇੱਥੇ ਆਏ। ਉਹਨਾਂ ਨੇ ਕਿਹਾ ਵੀ ਮਨ 'ਚ ਆਇਆ ਤੁਸੀਂ ਸਾਨੂੰ ਵਸਾਰ ਹੀ ਦਿੱਤਾ, ਪਰ ਜਿਹੜਾ ਮਾਤਾ ਪੁੱਤਰ ਦਾ ਪ੍ਰੇਮ ਸੀ ਉਹ ਆਪ ਸਭ ਜਾਣਦੇ ਹੋ। ਇੱਧਰ ਸਾਰੇ ਨਗਰ ਦੇ ਵਿੱਚ ਇਹ ਗੱਲ ਦਾ ਪਤਾ ਲੱਗਿਆ।
ਦੂਜੇ ਪਾਸੇ ਉਹਨਾਂ ਦੇ ਪਿਤਾ ਜੀ ਮਹਿਤਾ ਕਾਲੂ ਜੀ ਨੂੰ ਵੀ ਪਤਾ ਲੱਗਿਆ ਕਿ ਉਹਨਾਂ ਦੇ ਪੁੱਤਰ ਸ਼੍ਰੀ ਨਾਨਕ ਦੇਵ ਜੀ ਕੇ ਬਾਹਰ ਸੰਧੂਆਂ ਦੇ ਖੂਹ ਦੇ ਉੱਤੇ ਆਏ ਠਹਿਰੇ ਨੇ। ਉਹ ਹੀ ਘੋੜੇ 'ਤੇ ਸਵਾਰ ਹੋ ਕੇ ਪਹੁੰਚ ਗਏ। ਮਹਾਰਾਜ ਦੇ ਨਾਲ ਕੁਝ ਵਾਰਤਾ ਹੋਈਆਂ। ਉਹਨਾਂ ਨੇ ਗੁਰੂ ਜੀ ਨੂੰ ਆਪਣੇ ਘਰ ਚੱਲਣ ਵਾਸਤੇ ਕਿਹਾ। ਪਹਿਲਾਂ ਗੁਰੂ ਜੀ ਸਹਿਮਤ ਨਹੀਂ ਸਨ, ਪਰ ਮਾਤਾ ਜੀ ਨੇ ਕਿਹਾ ਵੀ ਪੁੱਤਰ ਸਾਡੀ ਉਮਰ ਵਡੇਰੀ ਹੋਈ ਹੈ, ਪਤਾ ਨਹੀਂ ਕਿੰਨੇ ਕੁ ਸਮਾਂ ਹੋਰ ਹੈ, ਤੁਸੀਂ ਘਰ ਚੱਲੋ। ਗੁਰੂ ਜੀ ਨੇ ਮਾਤਾ ਆਪਣੀ ਦਾ ਬਚਨ ਜਿਹੜਾ ਸੀ ਉਹਨੂੰ ਮੋੜਿਆ ਨਹੀਂ। ਆਪਣੇ ਘਰ ਦੇ ਵਿੱਚ ਆ ਕੇ ਠਹਿਰ ਗਏ, ਰਹਿਣ ਲੱਗੇ। ਕੁਝ ਸਮਾਂ ਉਹਨਾਂ ਨੇ ਆਪਣੇ ਨਗਰ ਦੇ ਵਿੱਚ ਬਤੀਤ ਕੀਤਾ। ਜਿਹੜੇ ਹੋਰ ਨੇੜੇ ਦੇ ਦੂਰ ਤੋਂ ਸੰਗਤਾਂ ਨੂੰ ਪਤਾ ਲੱਗਿਆ ਉਹ ਵੀ ਆਈਆਂ। ਇੱਥੋਂ ਤੱਕ ਦਾ ਪ੍ਰਸੰਗ ਆਪ ਜੀ ਨੇ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਹੈ। ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਅਗਲੇ ਇਤਿਹਾਸਕ ਪ੍ਰਸੰਗ ਦੇ ਨਾਲ ਜੁੜਨ ਵਾਸਤੇ ਗੁਰੂ ਦਰਬਾਰ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਮਿਲ ਕੇ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੰਘ ਬਾਹਨੀ ਮਾਤ ਜਗ, ਅਸ਼ਟ ਭੁਜੀ ਖਲ ਕਾਲ। ਇੱਥੇ ਹਜੂਰ ਪਰਮਾਤਮਾ ਦੀ ਵਡਿਆਈ ਕਰਦਿਆਂ ਕਵੀ ਜੀ ਨੇ ਉਸ ਭਗਵਤੀ ਸ਼ਕਤੀ ਦਾ ਜ਼ਿਕਰ ਕੀਤਾ ਜੋ ਸ਼ੇਰ ਦੀ ਵਾਹਣੀ ਉੱਤੇ ਹੈ। ਅਸ਼ਟ ਜਿਹਦੀਆਂ ਭੁਜਾਵਾਂ ਹਨ ਅਤੇ ਜੋ ਖਲ ਦੁਸ਼ਟਾਂ ਦਾ ਨਾਸ ਕਰਨ ਵਾਲੀ ਹੈ। ਨਮਸਕਾਰ ਤੇ ਚਰਨ ਕੋ ਉਚਰੋਂ ਕਥਾ ਰਸਾਲ। ਮੈਂ ਉਸ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰਸਦਾਇਕ ਜੀਵਨ ਨੂੰ, ਉਹਨਾਂ ਦੀ ਕਥਾ ਨੂੰ, ਇਤਿਹਾਸ ਨੂੰ ਆਪ ਸਮੂਹ ਸੰਗਤਾਂ ਦੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ। ਸ਼੍ਰੀ ਬਾਲਾ ਸੰਦੂਰ ਵਾਚ ਚੌਪਈ, ਸੁਣੋ ਕਥਾ ਸ਼੍ਰੀ ਫੇਰੂ ਨੰਦਨ। ਇਹ ਜੋ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਥ ਰਹੇ, ਉਹਨਾਂ ਦੇ ਸਾਥੀ ਸੀ। ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਾਰੀਆਂ ਉਦਾਸੀਆਂ ਵੀ ਕੀਤੀਆਂ। ਫਿਰ ਸਮਾਂ ਬਣਿਆ ਜਦੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ ਵਿਰਾਜਮਾਨ ਸਨ। ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਜੀਵਨ ਸੀ, ਉਹਨਾਂ ਦੇ ਜਿਹੜਾ ਇਤਿਹਾਸ ਸੀ, ਜਿਹੜੀਆਂ ਪ੍ਰਚਾਰਕ ਫੇਰੀਆਂ ਸੀ, ਉਹਨਾਂ ਨੂੰ ਸਤਿਗੁਰੂ ਜੀ ਨੇ ਸੰਗਤ ਦੇ ਵਿੱਚ ਭਾਈ ਬਾਲਾ ਜੀ ਦੇ ਪਾਸੋਂ ਸੁਣਿਆ, ਉਹਨਾਂ ਦੇ ਪਾਸੋਂ ਸੰਗਤ ਨੂੰ ਸੁਣਾਇਆ, ਲਿਖਵਾਇਆ। ਭਾਈ ਬਾਲਾ ਜੀ ਗੁਰੂ ਸਾਹਿਬ ਜੀ ਦੇ ਗੁਰੂ ਦੂਸਰੇ ਗੁਰਦੇਵ ਜੀ ਦੇ ਹਜ਼ੂਰ ਇਹ ਵਾਰਤਾ ਕਹਿੰਦੇ ਹਨ ਕਿ ਹਜ਼ੂਰ ਮਹਾਰਾਜ ਫੇਰੂ ਮੱਲ ਜੀ ਦੇ ਨੰਦਨ ਦੂਸਰੇ ਗੁਰਦੇਵ ਜੀ ਤਾਈਂ ਅਗਲੀ ਵਾਰਤਾ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਇਸ ਪ੍ਰਕਾਰ ਹੈ। ਸ਼ਰੋਤਨ ਕੇ ਅਗ ਓਗ ਨਿਕੰਦਨ। ਜਿਨ੍ਹਾਂ ਵੀ ਗੁਰਮੁਖਾਂ ਨੇ ਜਾਂ ਸਰੋਤਿਆਂ ਨੇ ਗੁਰੂ ਕੀ ਕਥਾ ਸੁਣੀ ਹੈ, ਗੁਰੂ ਕਾ ਇਤਿਹਾਸ ਸੁਣਿਆ, ਉਹਨਾਂ ਦੇ ਜੀਵਨ ਦੇ ਵਿੱਚੋਂ ਸਮੂਹ ਪਾਪ ਜਿਹੜੇ ਨੇ ਉਹ ਕੱਟੇ ਜਾਂਦੇ ਹਨ। ਤਲਵੰਡੀ ਮਹਿ ਦੀਨ ਦਿਆਲਾ। ਤਲਵੰਡੀ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਠਹਿਰੇ, ਜਿਹੜੇ ਦੀਨਾਂ ਦੇ ਉੱਤੇ ਤਰਸ ਕਰਨ ਵਾਲੇ ਸਨ। ਰਹਤਿਓ ਕਿਤਕ ਬਿਤਾਏ ਕਾਲਾ। ਜਦੋਂ ਗੁਰੂ ਮਹਾਰਾਜ ਨੇ ਕੁਝ ਕੁ ਸਮਾਂ ਆਪਣੇ ਪਿੰਡ ਤਲਵੰਡੀ ਦੇ ਵਿੱਚ ਰਹਿ ਕੇ ਗੁਜ਼ਾਰਿਆ। ਏਕ ਦਿਵਸ ਕਾਲੂ ਟਿਗ ਆਵਾ। ਇੱਕ ਦਿਨ ਦੀ ਗੱਲ ਹੈ ਕਿ ਉਹਨਾਂ ਦੇ ਪਾਸ ਉਹਨਾਂ ਦੇ ਪਿਤਾ ਜੀ ਮਹਿਤਾ ਕਾਲੂ ਜੀ ਚੱਲ ਕੇ ਆਏ। ਹਿਤ ਸਮਝਾਵਨ ਬਚਨ ਅਲਾਵਾ। ਉਹਨਾਂ ਨੇ ਉਹਨਾਂ ਨੂੰ ਸਮਝਾਉਣ ਦੇ ਵਾਸਤੇ
ਉਹਨਾਂ ਨੇ ਹਜੂਰ ਨੂੰ ਆਪਣੇ ਵੱਲੋਂ ਬੋਲ ਕਿਹਾ। ਏ ਸੁਤ ਗ੍ਰਸਤੀ ਰੀਤ ਕਰੀਜੈ। ਉਹਨਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਪੁੱਤਰ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਗ੍ਰਸਤੀ ਘਰ ਬਾਰੀਆਂ ਦੀ ਤਰ੍ਹਾਂ ਜੀਵਨ ਬਤੀਤ ਕਰੋ। ਵੇਖ ਫਕੀਰੀ ਆਪ ਤਜ ਦੀਜੈ। ਮੈਂ ਇਹ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਕਿ ਤੁਸੀਂ ਜਿਹੜਾ ਫਕੀਰਾਂ ਵਰਗਾ ਉਦਾਸੀਆਂ ਵਰਗਾ ਲਿਬਾਸ ਪਹਿਨੇ ਆ, ਪਹਿਰਾਵਾ ਪਹਿਨੇ ਆ, ਇਹ ਜਿਹੜੀਆਂ ਯਾਤਰਾ ਨੇ ਹੁਣ ਤੁਸੀਂ ਛੱਡ ਦਿਓ ਤੇ ਪਰਿਵਾਰ ਦੀ ਸੰਭਾਲ ਕਰੋ। ਆਗੇ ਦਰਬਜ ਤੋਂ ਘਰ ਬਾਰਾ। ਕਹਿੰਦੇ ਇਸ ਤੋਂ ਪਹਿਲਾਂ ਜਿੰਨੀ ਵੀ ਘਰ ਦੇ ਵਿੱਚ ਦੌਲਤ ਸੀ, ਪੈਸਾ ਧੇਲਾ ਸੀ, ਸਾਡੀਆਂ ਜਿਹੜੀਆਂ ਕਮਾਈਆਂ ਸਨ, ਹੋਏ ਬਿਰਕਤ ਲੁਟਾਇਓ ਸਾਰਾ। ਆਸ ਤੇ ਇਹ ਸੀ ਵੀ ਜਿਹੜਾ ਮੈਂ ਕਮਾਇਆ ਤੁਸੀਂ ਉਹ ਵੀ ਸੰਭਾਲਣਾ, ਜਿਹੜਾ ਤੁਸੀਂ ਕਮਾਇਆ ਉਹ ਵੀ ਜੋੜਨਾ, ਪਰ ਉਹ ਤੁਸੀਂ ਸੰਭਾਲਿਆ ਨਹੀਂ। ਉਹ ਕਈਆਂ ਦਾ ਭਲਾ ਕਰ ਦਿੱਤਾ, ਕਈਆਂ ਦੇ ਵਿੱਚ ਲੁਟਾ ਦਿੱਤਾ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਬਾਕੀ ਬਚਦੇ ਦੇਣਾ ਕੁਝ ਥੋੜ੍ਹਾ ਬਹੁਤਾ ਪੈਸਾ ਜੋੜ ਲਵੋ। ਕੋ ਕ੍ਰਿਤ ਅਬ ਲਿਓ ਸੰਭਾਰੀ। ਭਾਵੇਂ ਹੁਣ ਵੀ ਅਜੇ ਵੀ ਸਮਾਂ ਕੋਈ ਨਾ ਕੋਈ ਕੰਮ ਜਿਹੜਾ ਗ੍ਰਸਤੀਆਂ ਦੇ ਵਾਲਾ ਸੰਭਾਲ ਲਓ। ਦਰਬ ਕਮਾਵੋ ਸੁਮਤ ਵਿਚਾਰੀ। ਆਪਣੇ ਮਨ ਦੇ ਵਿੱਚ ਹੀ ਵਿਚਾਰ ਕਰਕੇ ਵੇਖ ਲਓ, ਇਹੋ ਜਿਹਾ ਕੰਮ ਕਰੋ ਜਿਹਦੇ ਨਾਲ ਪੈਸਾ ਜ਼ਿਆਦਾ ਹੱਥ ਆਵੇ। ਜਰਾ ਗ੍ਰਸੀ ਅਬ ਦੇਹ ਹਮਾਰੀ। ਇਹ ਗੱਲ ਮੈਂ ਵੀ ਤਾਂ ਹੀ ਕਹਿ ਰਿਹਾ ਹਾਂ, ਉਸ ਦਾ ਇੱਕ ਕਾਰਨ ਆ ਵੀ ਜਿਹੜਾ ਸਾਡਾ ਸਰੀਰ ਹੈ ਇਹ ਤਾਂ ਹੁਣ ਬੁੱਢਾ ਹੋ ਗਿਆ। ਹੁਣ ਦਿਨੋਂ ਦਿਨ ਸਾਡੇ ਸਰੀਰ ਤੇ ਵਡੇਪਾ ਆ ਰਿਹਾ। ਵਡੇਪੇ ਨੇ ਸਾਡੇ ਸਰੀਰ ਨੂੰ ਅਧੀਨ ਕਰ ਲਿਆ ਆਪਣੇ। ਤਾਂ ਤੁਹਾਡੀ ਵਾਰੀ ਹੈ, ਤੁਸੀਂ ਅਜੇ ਕਰ ਸਕਦੇ ਹੋ। ਸੁਖ ਦੇਵਨ ਕੀ ਹੈ ਤਵ ਵਾਰੀ। ਜਿਵੇਂ ਮਾਤਾ ਪਿਤਾ ਜੋ ਕਰਦੇ ਆ ਔਲਾਦ ਲਈ ਅਸੀਂ ਤੇ ਕੀਤਾ, ਪਰ ਹੁਣ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਕਮਾਓ ਤੇ ਅਸੀਂ ਬੈਠ ਕੇ ਖਾਈਏ ਥੋੜ੍ਹਾ ਚਿਰ। ਤੁਹਾਡੇ ਵੱਲੋਂ ਸਾਨੂੰ ਸੁੱਖ ਦੇਣ ਦੀ ਵਾਰੀ ਹੈ ਹੁਣ। ਸਰਬ ਸਦਨ ਕੋ ਕਾਰ ਚਲਾਵੋ। ਮੈਂ ਚਾਹੁੰਦਾ ਹਾਂ ਕਿ ਘਰ ਦੀਆਂ ਜਿੰਨੀਆਂ ਵੀ ਜ਼ਿੰਮੇਵਾਰੀਆਂ ਨੇ ਉਹ ਤੁਸੀਂ ਆਪਣੇ ਸਿਰ ਲੈਣੀਆਂ ਕਰੋ, ਇਹਨਾਂ ਨੂੰ ਸੰਭਾਲ ਲਵੋ। ਨਿਜਪੁਰ ਬਸੋ ਬੈਸ ਸੁਖ ਪਾਵੋ। ਇਸ ਤਰ੍ਹਾਂ ਦੇ ਨਾਲ ਨਿਜਪੁਰੀ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਰਹਿ ਕੇ ਹੀ ਸੁੱਖ ਪ੍ਰਾਪਤ ਕਰੋ। ਹੁਣ ਤੁਸੀਂ ਕਿਤੇ ਬਾਹਰ ਨਾ ਜਾਓ। ਰਹੀਏ ਹਮਰੀ ਦ੍ਰਿਸ਼ਟ ਅਗਾਰੀ। ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਹੁਣ ਵਡੇਪਾ, ਜਿਹੜੀ ਬਜ਼ੁਰਗ ਉਮਰ ਹੈ, ਉਹਦੇ ਵਿੱਚ ਤੁਸੀਂ ਸਾਡੇ ਅੱਖਾਂ ਦੇ ਸਾਹਮਣੇ ਰਹੋ। ਸੁਖੀ ਰਹਿ ਤਵ ਪਿਖ ਮਹਤਾਰੀ। ਇਸ ਤਰ੍ਹਾਂ ਮੈਂ ਕਹਾਂਗਾ ਵੀ ਜੇ ਤੁਸੀਂ ਘਰ ਰਹੋਗੇ ਤੁਹਾਡੀ ਮਾਂ ਵੀ ਤੁਹਾਨੂੰ ਵੇਖ ਕੇ ਖੁਸ਼ ਰਹੇਗੀ। ਮਾਵਾਂ ਨੂੰ ਹੁੰਦਾ ਵੀ ਸਾਡਾ ਪੁੱਤਰ ਸਾਡੀਆਂ ਅੱਖਾਂ ਦੇ ਸਾਹਮਣੇ ਹੈ ਜਾਂ ਸਾਡੇ ਕੋਲ ਹੈ। ਨਿਜ ਸੁਤ ਇਸਤਰੀ ਲਿਓ ਮੰਗਾਈ। ਬਾਕੀ ਤੁਸੀਂ ਆਪਣੇ ਪਰਿਵਾਰ ਨੂੰ ਲੈ ਆਓ, ਬਟਾਲੇ ਰਹਿੰਦੇ ਨੇ, ਆਪਣੇ ਪੁੱਤਰਾਂ ਨੂੰ ਲੈ ਕੇ ਆਓ, ਸਾਡੀ ਨੂੰਹ ਨੂੰ ਲੈ ਕੇ ਆਓ, ਪਰਿਵਾਰ ਦੇ ਵਿੱਚ ਰਹੋ। ਕਾਰ ਪ੍ਰਤਪਾਲ ਸਭਿਨ ਹਿਤ ਲਾਈ। ਉਹਨਾਂ ਦੀ ਪਾਲਣਾ ਪਰਵਰਿਸ਼ ਵੀ ਚੰਗੀ ਕਰੋ, ਹਿੱਤ ਲਾ ਕੇ। ਇਸ ਕਰਕੇ ਪਰਿਵਾਰ ਮਿਲ ਕੇ ਇਕੱਠੇ ਰਹੀਏ। ਵਿਛੜੀ ਹੈ ਸੋ ਕਿਤ ਕਿਤ ਥਾਨਾ। ਤੁਹਾਡੇ ਚਲੇ ਜਾਣ ਨਾਲ ਉਹ ਵੀ ਤੁਹਾਡੇ ਤੋਂ ਅਲੱਗ ਹੋਏ। ਉਹ ਬਟਾਲੇ ਵਿੱਚ ਰਹਿੰਦੇ ਨੇ, ਅਸੀਂ ਤਲਵੰਡੀ ਬੈਠੇ ਆ। ਤੁਹਾਡਾ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ। ਇਸ ਵਾਸਤੇ ਤੁਝ ਬਹੀਨ ਰਹੀ ਦੁਖਵਾਨਾ। ਕਹਿੰਦੇ ਇਸ ਤਰ੍ਹਾਂ ਦੇ ਨਾਲ ਤੁਹਾਡੇ ਤੋਂ ਬਿਨਾਂ ਮੈਂ ਸਮਝਣਾ ਵੀ ਉਹ ਵੀ ਇਸ ਵੇਲੇ ਦੁਖੀ ਹੋਏ ਹੋਣਗੇ। ਇਸ ਬਿਦ ਕੇ ਸੁਣ ਕੇ ਬਚ ਤਾਤਾ। ਇਸ ਤਰ੍ਹਾਂ ਆਪਣੇ ਪਿਤਾ ਜੀ ਦੀ ਇਹ ਬੋਲ ਸੁਣ ਕੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ, ਪ੍ਰਭੂ ਗਿਆਨ ਸੁਖ ਦਾਤਾ। ਗੁਰੂ ਮਹਾਰਾਜ ਜੀ ਕਹਿਣ ਲੱਗੇ, ਜਿਹੜੇ ਗਿਆਨ ਦੇ ਦਾਤੇ ਨੇ, ਜਿਨ੍ਹਾਂ ਦੇ ਬੋਲ ਸਰਬੱਤ ਜੀਆਂ ਨੂੰ ਸੁੱਖ ਦੇਣ ਵਾਲੇ ਹਨ। ਸੁਨ ਪਿਤ ਇਹ ਮਤ ਨੋਕਾ ਨਿਆਈ। ਗੁਰੂ ਮਹਾਰਾਜ ਜੀ ਨੇ ਕਿਹਾ, ਪਿਤਾ ਜੀ ਮੇਰੀ ਉਹ ਗੱਲ ਸੁਣੋ,
ਇਨਸਾਨ ਦੀ ਜਿਹੜੀ ਮੱਤ ਹੈ ਨਾ, ਸਮਝ ਹੈ ਜਿਹੜੀ, ਇਹ ਬੇੜੀ ਦੀ ਤਰ੍ਹਾਂ ਹੈ। ਦਰਬ ਮੋਹ ਜਲ ਸਰਤਾ ਧਾਈ। ਇਹ ਜਿਹੜੀ ਮੱਤ ਆ ਨਾ ਬੰਦੇ ਦੀ, ਦੁਨਿਆਵੀ ਮੋਹ ਦੇ ਵਿੱਚ, ਪੈਸੇ ਦੇ ਮੋਹ ਦੇ ਵਿੱਚ, ਏਦਾਂ ਦੀ ਇਹ ਨਦੀ ਵਗਦੀ ਹੈ ਮੱਤ ਦੀ, ਇਨਸਾਨ ਦੀ। ਇਵੇਂ ਦੀ ਮੱਤ ਆ ਵੀ ਜਿਹਦੇ ਵਿੱਚ ਉਹ ਮੋਹ ਦਾ ਜਲ ਵਗਦਾ, ਜਿਹਦੇ ਵਿੱਚ ਜੇ ਨੋਕਾਂ ਮੈਂ ਜਲ ਭਰ ਜਾਵੇ। ਮਹਾਰਾਜ ਜੀ ਕਹਿੰਦੇ ਜੇ ਇਸ ਜਿਹੜੀ ਬੇੜੀ ਹੈ, ਇਹ ਮੱਤ, ਜੇ ਇਹਦੇ ਵਿੱਚ ਹਜ਼ੂਰ ਮਹਾਰਾਜ ਜੀ ਨੇ ਕਿਹਾ ਕਿ ਇਹਦੇ ਵਿੱਚ ਮੋਹ ਦਾ ਜਲ ਭਰ ਜੇ ਨਾ ਇਸ ਸਰੀਰ ਦੇ ਵਿੱਚ, ਤੇ ਇਸ ਕਰਕੇ ਤਤਸ਼ਿਨ ਆਪਣੇ ਵਿੱਚ ਡੁਬਾਵੇ। ਫਿਰ ਬੰਦੇ ਨੂੰ ਮੋਹ ਹੀ ਨਹੀਂ ਤਰਨ ਦਿੰਦਾ। ਮੋਹ ਦਾ ਪਾਣੀ ਭਰ ਜੇ ਨਾ ਬੰਦੇ ਦੇ ਸਰੀਰ ਵਿੱਚ, ਦੁਨਿਆਵੀ ਦਾ ਜ਼ਿਆਦਾ, ਤੇ ਉਹੀ ਉਹਨੂੰ ਡੁਬੋ ਕੇ ਲੈ ਬੈਂਦਾ ਹੈ। ਸਤਿਗੁਰ ਕੇ ਵਟ ਮਿਲੇ ਜੇ ਆਈ। ਗੁਰੂ ਮਹਾਰਾਜ ਜੀ ਕਹਿੰਦੇ ਇਸ ਵਾਸਤੇ ਜੇਕਰ ਕਿਸੇ ਨੂੰ ਗੁਰੂ ਰੂਪੀ ਮਲਾਹ ਮਿਲ ਜਾਏ ਤਾਂ ਫਿਰ ਉਹ ਬੰਦੇ ਦੀ ਮੱਤ ਨੂੰ ਪ੍ਰੇਰਣਾ ਕਰਦੇ ਨੇ। ਮਲਾਹ ਮਿਲ ਕੇ ਗੁਰੂ ਰੂਪੀ ਇਸ ਬੇੜੀ ਨੂੰ ਪ੍ਰੇਰਣਾ ਕਰ ਦਿੰਦੇ ਹਨ। ਮਤ ਨੋਕਾ ਪਰ ਹੋਵੇ ਚੁਕਸਾਈ। ਫਿਰ ਉਹ ਏਦਾਂ ਕਰਦੇ ਹਨ, ਮਤ ਰੂਪੀ ਜਿਹੜੀ ਬੇੜੀ ਹੈ ਇਹਨੂੰ ਚੌਕਸ ਕਰ ਦਿੰਦੇ ਨੇ, ਸਾਵਧਾਨ ਕਰ ਦਿੰਦੇ ਹਨ। ਮੋਹ ਦਰਬ ਤੇ ਉਰਦ ਚਲਾਵੇ। ਗੁਰੂ ਕੀ ਜਿਹੜੀ ਸਿੱਖਿਆ ਹੈ ਉਹ ਇਸ ਤਰ੍ਹਾਂ ਜੀਵ ਦਾ ਭਲਾ ਕਰਦੀ ਹੈ। ਮੋਹ ਰੂਪੀ ਜਿਹੜਾ ਦਰਬ ਹੈ ਉਹਨੂੰ ਉੱਚਾ ਕਰ ਦਿੰਦੀ ਹੈ। ਕਹਿੰਦੇ ਮੋਹ ਦਰਬ ਤੇ ਉਰਦ ਚਲਾਵੇ। ਉਹ ਇੱਦਾਂ ਕਹਿੰਦੇ ਆ ਵੀ ਪੈਸੇ ਦੀ ਮੋਹ ਤੋਂ, ਦੁਨਿਆਵੀ ਜੰਜਾਲ ਤੋਂ ਗੁਰੂ ਕੀ ਮੱਤ ਜਿਹੜੀ ਜਦੋਂ ਮਿਲਦੀ ਹੈ ਉਹਨੂੰ ਉੱਚਾ ਕਰ ਦਿੰਦੀ ਹੈ। ਕੀਵਨ ਕਰ ਹੈ ਗਿਆਨ ਸੁਣਾਵੇ। ਕਿ ਇਸ ਤਰ੍ਹਾਂ ਦੇ ਨਾਲ ਉਹ ਗਿਆਨ ਜਿਹੜਾ ਹੈ ਉਹ ਉਹਨੂੰ ਚਲਾਉਣਾ ਕਰਦਾ ਹੈ। ਆਤਮ ਲਖਨੋ ਪਾਰ ਕਿਨਾਰਾ। ਜਿਨ੍ਹਾਂ ਮਨੁੱਖਾਂ ਨੂੰ ਵੀ ਆਤਮਿਕ ਗਿਆਨ ਹੋ ਜਾਂਦਾ ਗੁਰੂ ਕੇ ਸ਼ਬਦ ਰਾਹੀਂ, ਉਹ ਫਿਰ ਇਸ ਮੱਤ ਦੇ ਰਾਹੀਂ, ਗੁਰੂ ਜੀ ਦੀ ਮੱਤ ਲੈ ਕੇ ਕਿਨਾਰੇ ਤੇ ਚਲੇ ਜਾਂਦੇ, ਅਗਲੇ ਪਾਸੇ ਤੇ। ਉਹ ਆਪਣੀ ਜੀਵਨ ਦੀ ਯਾਤਰਾ ਸਹੀ ਕਰ ਜਾਂਦੇ ਹਨ। ਪਹੁੰਚੇ ਤਹ ਤਬ ਹੋਏ ਸੁਖਾਰਾ। ਉਸ ਪਰਮਾਤਮਾ ਦੇ ਦਰ ਦੇ ਉੱਤੇ, ਉਹਦੇ ਘਰ ਦੇ ਵਿੱਚ ਆਸਾਨੀ ਨਾਲ ਪਹੁੰਚ ਜਾਂਦੇ ਹਨ। ਨਤ ਇਹ ਜਨਮ ਮਰਨ ਦੁਖ ਭਾਰੀ। ਨਹੀਂ ਤਾਂ ਇਹ ਜਿਹੜੀ ਮੱਤ ਹੈ, ਜੇ ਬੰਦੇ ਦੀ ਮੋਹ ਦੇ ਵਿੱਚ ਫਸ ਜੇ ਤਾਂ ਫਿਰ ਬੰਦੇ ਨੂੰ ਇੱਕ ਜਨਮ ਦੇ ਵਿੱਚ ਵੀ ਉਹਦਾ ਲੇਖਾ ਨਹੀਂ ਨਿਬੜਦਾ। ਫੇਰ ਮਰਦਾ, ਅਗਲਾ ਜਨਮ ਹੁੰਦਾ, ਫੇਰ ਜਨਮਦਾ, ਫੇਰ ਮਰਦਾ। ਕਈ ਜਨਮਾਂ ਦੇ ਵਿੱਚੋਂ ਲੰਘ ਜਾਂਦੀ ਮੱਤ ਜੇ ਗਿਆਨ ਤੋਂ ਵਾਂਝੀ ਰਹਿ ਜਾਏ। ਆਏ ਜਾਏ ਜਗ ਵਾਰੰਗ ਵਾਰੀ। ਮਹਾਰਾਜ ਜੀ ਕਹਿਣ ਲੱਗੇ ਕਿ ਦੁਨੀਆ ਤੇ ਆਉਂਦੀ ਹੈ, ਬਾਰ-ਬਾਰ ਜਾਂਦੀ ਹੈ। ਜਿੰਨਾ ਚਿਰ ਮੱਤ ਸੂਝਵਾਨ ਨਹੀਂ ਹੋਈ, ਗੁਰਮਤਿ ਦੀ ਧਾਰਨੀ ਨਹੀਂ ਹੋਈ, ਇਹਦੀ ਯਾਤਰਾ ਸਦਾ ਹੀ ਚੱਲਦੀ ਰਹਿੰਦੀ ਹੈ। ਆਸ ਕੈ ਕਿਰਪਾ ਦ੍ਰਿਸ਼ਟ ਅਵਲੋਕੀ। ਇਸ ਤਰ੍ਹਾਂ ਗੁਰੂ ਜੀ ਜਦੋਂ ਆਪਣੇ ਪਿਤਾ ਮਹਿਤਾ ਕਾਲੂ ਜੀ ਦੇ ਨਾਲ ਇਹ ਸੰਵਾਦ ਹੋ ਰਹੇ ਸੀ ਤਾਂ ਉਹਨਾਂ ਨੇ ਮਿਹਰ ਦੀ ਨਿਗਾਹ ਨਾਲ ਆਪਣੇ ਪਿਤਾ ਜੀ ਦੇ ਵਾਲੇ ਪਾਸੇ ਤੱਕਿਆ। ਪਿਤ ਕੇ ਉਰ ਤੇ ਮਾਇਆ ਰੋਕੀ। ਕੁਝ ਸਮੇਂ ਲਈ ਗੁਰੂ ਜੀ ਨੇ ਆਪਣੇ ਪਿਤਾ ਜੀ ਦੇ ਮਨ ਦੇ ਵਿੱਚੋਂ ਮਾਇਆ ਦਾ ਪ੍ਰਭਾਵ ਥੰਮ ਦਿੱਤਾ। ਕਹਿਣ ਦਾ ਭਾਵ ਹੈ ਰੋਕ ਦਿੱਤਾ। ਤਤਸ਼ਿਨ ਗਿਆਤ ਹਿਰਦੇ ਮਹਿ ਆਈ। ਉਸੇ ਵੇਲੇ ਹੀ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਗਿਆਨ ਹੋਏ ਆਇਆ। ਜਨ ਮਦ ਉਤਰ ਗਏ ਸੁਧ ਪਾਈ। ਜਾਂ ਕਈ ਤਰ੍ਹਾਂ ਨਾਲ ਜਦੋਂ ਗਿਆਨ ਨਾ ਹੋਵੇ, ਅਗਿਆਨਤਾ ਵੀ ਹੁੰਦੀ ਆ, ਅਗਿਆਨਤਾ ਦਾ ਹੰਕਾਰ ਵੀ ਹੁੰਦਾ, ਉਹਦਾ ਆਪਣਾ ਇੱਕ ਮੱਧ ਚੜਿਆ ਹੁੰਦਾ। ਮਹਾਰਾਜ ਜੀ ਨੇ ਜਦੋਂ ਗਿਆਨ ਦੇ ਬਚਨ ਕੀਤੇ, ਅਗਿਆਨਤਾ ਮਿਟੀ। ਅਗਿਆਨਤਾ ਦਾ ਜਿਹੜਾ ਮੱਧ ਭਾਵ ਕੇ ਨਸ਼ਾ ਸਭ ਉਤਰ ਗਏ। ਬੋਲਿਓ ਕਰਕੇ ਭਾਉ ਕਨੇਰਾ। ਤਾਂ ਮਹਾਰਾਜ ਜੀ ਇਸ ਵਾਸਤੇ ਉਹਨਾਂ ਨਾਲ ਬੜਾ ਭਾਉ ਦੇ ਨਾਲ, ਉਹਨਾਂ ਦੇ ਸਨਮੁਖ ਕਹਿਣ ਲੱਗੇ, ਭਾਉ ਦੇ ਨਾਲ, ਪ੍ਰੇਮ ਦੇ ਨਾਲ ਉਹਨਾਂ ਦੇ ਪਿਤਾ ਜੀ ਕਹਿਣ ਲੱਗੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ, ਮੈਂ ਜਾਣਤ ਰਹਿਓ ਸੁਤ ਮੇਰਾ। ਉਹਨਾਂ ਨੇ ਕਿਹਾ ਵੀ ਮੈਂ ਤਾਂ ਪੁੱਤਰ ਇੱਕ ਗੱਲ ਕਹਿਣੀ ਆ ਵੀ ਮੈਂ ਪਿਤਾ, ਅੱਜ ਤੱਕ ਤੇ ਮੈਂ ਤੁਹਾਨੂੰ ਆਪਣਾ ਪੁੱਤ ਹੀ ਸਮਝਦਾ ਰਿਹਾ। ਵੀ ਜੋ ਉਹਨਾਂ ਦੇ ਕਹਿਣ ਦਾ ਭਾਵ ਇਹ ਸੀ ਵੀ ਮੈਂ ਅੱਜ ਤੱਕ ਇਹ ਸਮਝਦਾ ਰਿਹਾ ਵੀ ਜਿਹੜੀ ਪਿਤਾ ਨੇ ਸਮਝ ਦਿੱਤੀ ਆ ਉਹ ਪੁੱਤ ਲਵੇ।
ਮੈਂ ਤੇਰੇ ਕੋਲ ਅੱਜ ਜਿਵੇਂ ਬੈਠਾ, ਅੱਜ ਮੈਨੂੰ ਇਦਾਂ ਲੱਗਦਾ ਵੀ ਜਿੱਦਾਂ ਤੇਰੀ ਮੱਤ ਦੇ ਵਿੱਚ ਮੇਰੀ ਮੱਤ ਛੋਟੀ ਹੈ, ਤੇਰੀ ਸਮਝ ਵੱਡੀ। ਅੱਜ ਇਦਾਂ ਲੱਗਦਾ ਵੀ ਮੈਨੂੰ ਤੇਰੇ ਕੋਲੋਂ ਕੁਝ ਪੁੱਛਣਾ ਚਾਹੀਦਾ। ਉਹਨਾਂ ਨੇ ਜਦੋਂ ਆਪਣੇ ਗਿਆਨ ਦੇ ਬੋਲ ਕੇ, ਪਹਿਲਾਂ ਤਾਂ ਮੈਂ ਇਹੀ ਸਮਝਦਾ ਰਿਹਾ ਸੀ ਵੀ ਮੈਨੂੰ ਹੀ ਦੱਸਣਾ ਚਾਹੀਦਾ। ਅੱਜ ਮੈਨੂੰ ਇਦਾਂ ਜਿਹਾ ਲੱਗਦਾ ਵੀ ਜਿੱਦਾਂ ਮੈਨੂੰ ਤੇਰੇ ਕੋਲੋਂ ਕੁਝ ਪੁੱਤਰ ਪੁੱਛਣਾ ਚਾਹੀਦਾ ਹੈ। ਮਹਾਂਪੁਰਖ ਤੁਮ ਦੀਨ ਦਿਆਲਾ। ਹੁਣ ਤੇਰੇ ਬੋਲਾਂ ਦੇ ਵਿੱਚ ਮੈਨੂੰ ਲੱਗਦਾ ਵੀ ਕੋਈ ਗਿਆਨ ਦੇਵੇਂ ਦੇ ਬੋਲ ਨੇ। ਤੂੰ ਕੋ ਮਹਾਂਪੁਰਖ ਆ, ਜਿਹੜਾ ਤੂੰ ਜੀਵਨ ਦਾ ਸਫ਼ਰ ਹੈ ਉਹਦੇ ਉੱਤੇ ਤੂੰ ਕਈਆਂ ਦੇ ਉੱਤੇ ਰਹਿਮਤ ਕੀਤੀ ਹੈ। ਮੁਝ ਉਰ ਦੀਜੈ ਗਿਆਨ ਵਿਸਾਲਾ। ਮੈਂ ਤੇਰਾ ਪਿਤਾ ਹੋਣ ਨਾਤੇ ਮੈਂ ਕਹਿੰਦਾ ਥੋੜੀ ਸਮਝ ਮੈਨੂੰ ਵੀ ਦੇ, ਵੇਂਦੀ ਜੇਵੇਂਦੀ ਤੁਹਾਡੇ ਪਾਸ ਹੈ। ਇਹ ਸੰਵਾਦ ਬੜਾ ਬਰੀਕੀ ਵਾਲਾ ਗੁਰੂ ਪਿਆਰੀ ਸਾਧ ਸੰਗਤ ਜੀ। ਇਤਿਹਾਸ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵੀ ਨਹੀਂ ਮਿਲਣਗੀਆਂ ਤੁਹਾਨੂੰ। ਹੋਰ ਵੀ ਕਈ ਘਟਨਾਵਾਂ ਹਨ ਇਤਿਹਾਸ ਵਿੱਚ ਜਿਹਦੇ ਵਿੱਚ ਪਿਤਾ ਨੇ ਆਪਣੇ ਪੁੱਤਰ ਨੂੰ ਇਵੇਂ ਦਾ ਸਵੀਕਾਰ ਕਰਕੇ ਬੋਲ ਕਿਹਾ ਹੋਏ ਵੀ ਤੁਸੀਂ ਦੱਸੋ ਫਿਰ ਮੈਂ ਅੱਗੇ ਕੀ ਕਰਾਂ, ਕੋਈ ਜੇ ਹੋਏ ਤਾਂ ਜ਼ਰੂਰ ਦੱਸਣਾ ਕਿਤੇ। ਤਾਂ ਇਸ ਵਾਸਤੇ ਉਹਨਾਂ ਨੇ ਕਿਹਾ ਵੀ ਤੁਸੀਂ ਕਹੋ ਮੈਂ ਸੁਣਦਾ ਹਾਂ। ਜਿਹਤੇ ਜਨਮ ਮਰਨ ਹੋਵੇ ਹਾਨਾ। ਜਿਸ ਕਰਕੇ ਮੈਨੂੰ ਇਵੇਂ ਦੀ ਕੋਈ ਵਾਰਤਾ ਕਹੋ ਜਿਹਦੇ ਨਾਲ ਮੇਰਾ ਜੀਵਨਾ ਆਉਣਾ ਤੇ ਮਰਨਾ ਹੁੰਦਾ ਜਾਣਾ ਦੋਵੇਂ ਸਫਲ ਹੋ ਜਾਣ। ਉਪਜੈ ਆਬ ਚਲ ਆਨੰਦ ਮਹਾਨਾ। ਜਿਹਦੇ ਕਰਕੇ ਜੋ ਆਨੰਦ ਤੁਹਾਡੇ ਕੋਲ ਹੈ, ਪਰਿਵਾਰ ਤੋਂ ਦੂਰ ਰਹਿ ਕੇ ਵੀ, ਪਰਿਵਾਰ ਦੇ ਵਿੱਚ ਰਹਿ ਕੇ ਵੀ, ਉਹ ਥੋੜਾ ਆਨੰਦ ਮੈਨੂੰ ਵੀ ਵੰਡਣਾ ਕਰੋ, ਮੈਨੂੰ ਵੀ ਦੱਸੋ। ਮੈਂ ਹੋ ਕੌਣ ਮੋਹਿ ਸੁਧ ਨਾਹੀ। ਮੈਂ ਕੌਣ, ਮੈਨੂੰ ਅਜੇ ਤੱਕ ਇਹ ਖਬਰ ਨਹੀਂ, ਮੈਨੂੰ ਆਪਣੇ ਆਪ ਦੀ ਨਹੀਂ ਪਛਾਣ। ਰਹਿਓ ਹਰਕ ਸ਼ੋਕ ਕੇ ਮਾਹੀ। ਕਿਉਂਕਿ ਉਮਰ ਸਾਰੀ ਲੰਘ ਗਈ ਸਾਡੀ, ਅਜੇ ਤੱਕ ਅਸੀਂ ਕਦੀ ਖੁਸ਼ੀ ਗਮੀ ਚੋਂ ਬਾਹਰ ਨਹੀਂ ਆ ਸਕੇ। ਕਦੇ ਖੁਸ਼ੀ ਹੈ, ਕਦੀ ਗਮੀ ਹੈ। ਇਕ ਛਿਨ ਮਨ ਥਿਤ ਹੋਵਤ ਨਾਹੀ। ਇੱਕ ਛਿਨ ਭਰ, ਇੱਕ ਥੋੜਾ ਜਿਹਾ ਖਿਨ ਮਾਤਰ ਸਮੇਂ ਲਈ ਵੀ ਇਹ ਜਿਹੜਾ ਮਨ ਹੈ ਇਹ ਟਿਕਾਓ ਵਿੱਚ ਨਹੀਂ ਆਉਂਦਾ ਸਾਡਾ। ਵਿਚਰੇ ਰਾਗ ਦਵੈਖ ਕੇ ਮਾਹੀ। ਕਿਉਂ ਕਦੇ ਐਵੇਂ ਵੀ ਹੁੰਦਾ ਹੈ ਕਿ ਅਸੀਂ ਕਦੇ ਕਿਸੇ ਨਾਲ ਮੋਹ ਕਰ ਲਿਆ, ਕਦੇ ਕਿਸੇ ਨਾਲ ਈਰਖਾ ਕਰ ਲਈ। ਇਹ ਸਾਡੀਆਂ ਦੁਨਿਆਵੀ ਬਿਰਤੀਆਂ ਵਿੱਚ ਹੀ ਮਨ ਘੁੰਮਦਾ ਰਹਿੰਦਾ, ਬੰਦੇ ਦਾ ਘੁੰਮਣ ਘੇਰੀ ਖਾਂਦਾ ਰਹਿੰਦਾ। ਕਦੇ ਮੋਹ ਵਿੱਚ ਵੱਜ ਗਏ, ਕਦੇ ਦਵੈਖ ਵਿੱਚ ਵੱਜੇ। ਇਸ ਪ੍ਰਕਾਰ ਲਖ ਪਿਤ ਜਗਿਆਸਾ। ਇਸ ਤਰ੍ਹਾਂ ਜਾਣ ਕਰਕੇ ਉਹਨਾਂ ਨੇ ਆਪਣੇ ਪਿਤਾ ਜੀ ਦੀ ਜਿਹੜੀ ਜਗਿਆਸਾ ਸੀ, ਜਗਿਆਸਾ ਨਾਮ ਹੁੰਦਾ ਵੀ ਜਿਵੇਂ ਇੱਛਾ ਭਾਵਨਾ, ਉਹਨਾਂ ਨੇ ਦੇਖਿਆ ਵੀ ਹੁਣ ਉਹ ਕੁਛ ਜਾਣਨਾ ਚਾਹੁੰਦੇ ਹਨ ਇਸ ਬਾਰੇ। ਬੋਲੇ ਬਚਨ ਗਿਆਨ ਕੇ ਰਾਸਾ। ਗਿਆਨ ਦੇ ਸਾਗਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਰਮੇਸ਼ਰ ਤੇ ਬੇਮੁਖ ਜੋਈ। ਗੁਰੂ ਮਹਾਰਾਜ ਜੀ ਫਰਮਾਨ ਕੀਤਾ ਕਿ ਜਿਹੜੇ ਇਨਸਾਨ ਪਰਮਾਤਮਾ ਤੋਂ ਬੇਮੁਖ ਨੇ, ਭਾਵ ਕਿ ਜੋ ਪਰਮਾਤਮਾ ਨੂੰ ਨਹੀਂ ਮੰਨਦੇ ਜਾਂ ਜਿਨ੍ਹਾਂ ਦੀ ਬਿਰਤੀ ਨਾਸਤਿਕ ਹੈ, ਮਨ ਜੋ ਨਾਮ ਲਖੀ ਜੈ ਸੋਈ। ਮਹਾਰਾਜ ਜੀ ਨੇ ਵਚਨ ਕੀਤਾ ਕਿ ਇਸ ਤਰ੍ਹਾਂ ਦੇ ਨਾਲ ਗੁਰਦੇਵ ਜੀ ਕਿਹਾ ਕਿ ਜਿਹੜਾ ਦੇ ਮਨ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਸੋਝੀ ਹੁੰਦੀ ਹੈ, ਜੋ ਸਰੂਪ ਸਨਮੁਖ ਹੋਵੇ ਲਾਗਾ। ਇਸ ਕਰਕੇ ਜਿਹੜੇ ਸਰੂਪ ਸਰੀਰ ਗੁਰੂ ਕੇ ਵਾਕ ਦੇ ਸਾਹਮਣੇ ਸਨਮੁਖ ਹੋ ਕੇ ਜੁੜ ਜਾਂਦੇ ਹਨ, ਭਇਓ ਅਮਨ ਸੋ ਲਖੋ ਸੁਭਾਗਾ। ਗੁਰੂ ਮਹਾਰਾਜ ਜੀ ਕਿਹਾ ਵੀ ਉਹਨਾਂ ਦਾ ਉਹ ਮਨ ਤੇ ਪਰਾਂ ਹੋ ਜਾਂਦੇ ਤੇ ਗੁਰੂ ਕੇ ਮੱਤ ਦੇ ਨੇੜੇ ਹੋ ਜਾਂਦੇ ਆ। ਆਪ ਸਮਝ ਗਏ ਹੋਵੋਗੇ, ਥੋੜਾ ਜਿਹਾ ਇਹਦਾ ਇਵੇਂ ਵਿਖਿਆਨ ਆ ਵੀ ਜਿਨ੍ਹਾਂ ਨੇ ਗੁਰੂ ਕਾ ਵਚਨ ਸੁਣ ਲਿਆ, ਮੰਨ ਲਿਆ, ਉਹਦੇ ਵਿੱਚ ਗੁਰ ਮਤ ਜਿਹੜੀ ਸੀ ਉਹ ਮਿਲ ਗਈ। ਗੁਰਮਤ ਦਾ ਅਰਥ ਦੋ ਸ਼ਬਦਾਂ ਦਾ ਹੈ। ਜਾਂ ਅਸੀਂ ਕਿਸੇ ਨੂੰ ਗੁਰਮੁਖ ਜਦੋਂ ਕਹਿੰਦੇ ਆ ਵੀ ਗੁਰੂ ਕਾ ਗਿਆਨ ਹੈ ਤਾਂ ਇਹਨੇ ਸੁਣਿਆ, ਇਹ ਉਹਦੇ ਨਾਲ ਮਿਲ ਕੇ ਬਣਿਆ, ਗੁਰੂ ਦੇ ਗਿਆਨ ਨਾਲ ਇਹਦਾ ਜੀਵਨ ਸੌਰਿਆ। ਇਸ ਵਾਸਤੇ ਜਿਹੜੇ ਵੀ ਸਿੱਖ ਗੁਰੂ ਕੇ ਸਨਮੁਖ ਹੁੰਦੇ ਆ ਉਹਨਾਂ ਦਾ ਆਪਣਾ ਮਨ ਨਹੀਂ ਹੁੰਦਾ, ਗੁਰੂ ਕੇ ਮਤ ਮੁਤਾਬਕ ਹੋ ਜਾਂਦੇ ਹਨ। ਜਿਉ ਰਵ ਬੇਮੁਖ ਬਰਫ ਹੋਵੇ ਜਾਵੇ। ਕਹਿੰਦੇ ਜਿਸ ਤਰ੍ਹਾਂ ਜਿੱਦਾਂ ਕਿ
ਸੂਰਜ ਤੋਂ ਜਿਹੜੇ ਪਾਸੇ ਸੂਰਜ ਦਾ ਤੇਜ ਨਹੀਂ ਹੁੰਦਾ ਉਸ ਪਾਸੇ ਬਰਫ਼ ਜੰਮ ਜਾਂਦੀ ਹੈ। ਸਨਮੁਖ ਤੇ ਸੋ ਜਲ ਪਦ ਪਾਵੈ। ਉਹੀ ਬਰਫ਼ ਜਿਹੜੀ ਹੁੰਦੀ ਹੈ ਜੰਮੀ, ਜੇ ਉਹ ਸੂਰਜ ਦੇ ਤੇਜ ਦੇ ਸਾਹਮਣੇ ਹੋਵੇ ਤੇ ਉਹੀ ਪਿਘਲ ਕੇ ਉਹ ਪਾਣੀ ਬਣ ਜਾਂਦੀ ਹੈ। ਉਹੀ ਜਦੋਂ ਸੂਰਜ ਦੇ ਦੂਜੇ ਪਾਸੇ ਹੋਏ, ਜਦੋਂ ਸੂਰਜ ਦਾ ਪ੍ਰਭਾਵ ਨਹੀਂ ਹੋਏ, ਉਹੀ ਬਰਫ਼ ਜਿਹੜੀ ਆ ਪਾਣੀ ਤੋਂ ਜੰਮ ਕੇ ਬਰਫ਼ ਬਣ ਜਾਂਦੀ ਹੈ। ਤਾਂ ਜੇ ਸੂਰਜ ਦੀ ਉੱਤੇ ਰੋਸ਼ਨੀ ਪਾਏ ਚੰਗੀ ਤਰ੍ਹਾਂ, ਉਹੀ ਪਿਘਲ ਕੇ ਪਾਣੀ ਬਣ ਜਾਂਦੀ ਹੈ। ਤਿਉ ਇਸ ਮਨ ਕੀ ਗਤ ਲਖ ਲੀਜੈ। ਗੁਰੂ ਜੀ ਕਹਿਣ ਲੱਗੇ ਏਦਾਂ ਮਨ ਦੀ ਗਤੀ, ਭਾਵ ਕਿ ਮਨ ਜਿਹੜਾ ਇਸ ਗਤੀ ਵਿੱਚ ਚੱਲਦਾ ਹੈ। ਪਰਮੇਸ਼ਰ ਦਿਸ਼ ਦ੍ਰਿੜ ਸੋ ਕਰੀਜੈ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦਾ ਨਾਮ ਜਿਹੜਾ ਨਾ ਪਰਮੇਸ਼ਰ ਦੇ ਪਾਸੇ ਨੂੰ ਦ੍ਰਿੜ ਹੁੰਦਾ, ਜਿਨ੍ਹਾਂ ਦਾ ਮਨ। ਹਰਕ ਸ਼ੋਕ ਪੁਨ ਰਾਗ ਜੋ ਦੁਵੈਖਾ। ਗੁਰੂ ਜੀ ਮਹਾਰਾਜ ਜੀ ਨੇ ਕਿਹਾ ਜਿਹੜਾ ਬੰਦੇ ਦੇ ਜੀਵਨ ਵਿੱਚ ਖੁਸ਼ੀ ਹੈ ਜਾਂ ਗਮੀ ਹੈ, ਜਾਂ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਦੁਨਿਆਵੀ ਮੋਹ ਸਤਾਉਂਦਾ, ਜਾਂ ਜਿਨ੍ਹਾਂ ਦੇ ਜੀਵਨ ਵਿੱਚ ਈਰਖਾ ਹੈ, ਤਿਨ ਤੇ ਹਵੈ ਹੈ ਸਥਿਤ ਬਸ਼ੇਖਾ। ਮਹਾਰਾਜ ਜੀ ਨੇ ਵਚਨ ਕੀਤਾ ਇਸ ਵਾਸਤੇ ਗੁਰੂ ਕਾ ਬਚਨ ਮੰਨਣ ਵਾਲੇ ਨੂੰ ਉਹਦੇ ਜੀਵਨ ਦੇ ਵਿੱਚੋਂ ਖੁਸ਼ੀ, ਗਮੀ, ਰਾਗ, ਦਵੈਖ ਇਹਨਾਂ ਤੋਂ ਮਨ ਜਿਹੜਾ ਟਿਕਾਓ ਚ ਆਉਣ ਲੱਗ ਪੈਂਦਾ, ਸਥਿਰ ਹੋ ਜਾਂਦਾ ਮਨ ਉਹਨਾਂ ਦਾ। ਸਰਬ ਥਾਨ ਸਭ ਜੀਵਨ ਮਾਹੀ। ਗੁਰਦੇਵ ਜੀ ਨੇ ਵਾਕ ਕਿਹਾ ਸਾਰੀਆਂ ਜਗ੍ਹਾ ਤੇ, ਸਾਰਿਆਂ ਥਾਵਾਂ ਦੇ ਉੱਤੇ, ਸਭ ਜਗ੍ਹਾ ਦੇ ਉੱਤੇ ਪਰਮੇਸ਼ਰ ਬਿਨ ਦੂਜੋ ਨਾਹੀ। ਪਰਮਾਤਮਾ ਤੋਂ ਬਿਨਾ ਕੋਈ ਦੂਜਾ ਨਹੀਂ ਹੈ। ਧਰਨੀ ਸਰਬ ਬਿਖੈ ਜਲ ਜਾਸੇ। ਜਿਸ ਤਰ੍ਹਾਂ ਗੁਰੂ ਜੀ ਨੇ ਵਾਕ ਕਿਹਾ ਵੀ ਜਿਹੜੀ ਧਰਤੀ ਹੈ ਨਾ, ਧਰਤੀ ਦੇ ਵਿੱਚ ਸਾਰੇ ਥਾਵਾਂ ਤੇ ਹੀ ਪਾਣੀ ਹੈ, ਕਿਤੇ ਡੂੰਘਾ ਹੈ ਕਿਤੇ ਉੱਤੇ ਹੈ, ਸਾਰੇ ਥਾਵਾਂ ਦੇ ਉੱਤੇ ਧਰਤੀ ਦੇ ਵਿੱਚ ਪਾਣੀ ਹੈ। ਪਰਮਾਤਮਾ ਰਹਿਓ ਪੂਰ ਸੋ ਐਸੇ। ਇਸ ਤਰ੍ਹਾਂ ਜੋ ਪਰਮਾਤਮਾ ਹੈ ਉਹ ਸਾਰੇ ਥਾਵਾਂ ਤੇ ਪੂਰਨ ਹੈ, ਸਭ ਥਾਵਾਂ ਦੇ ਉੱਤੇ ਉਹ ਬਰਾਬਰ ਹੈ, ਸਮਸਰ ਹੈ, ਵਿਆਪਕ ਹੈ। ਤੁਮ ਜੇ ਕਹੋ ਨਹਿ ਦੇਤ ਦਿਸਾਈ। ਹੁਣ ਸਵਾਲ ਪੈਦਾ ਇਹ ਹੁੰਦਾ, ਕਈ ਵਾਰੀ ਕਈ ਵਿਅਕਤੀ ਸਵਾਲ ਕਰਨਗੇ ਜੇ ਰੱਬ ਸਾਰਿਆਂ ਥਾਵਾਂ ਤੇ ਬਰਾਬਰ ਆ ਤੇ ਦਿਖਾਈ ਕਿਉਂ ਨਹੀਂ ਦਿੰਦਾ ਬਈ? ਸਾਨੂੰ ਤੇ ਕਿਤੇ ਵੀ ਨਹੀਂ ਦਿਖਾਈ ਦਿੰਦਾ। ਤੇ ਆਸਤਕ ਪੁਰਸ਼ਾਂ ਦਾ ਕਹਿਣਾ ਹੁੰਦਾ ਵੀ ਉਹਦੇ ਸਾਰੇ ਥਾਂ ਹੀ ਹੈ। ਇਸ ਵਾਸਤੇ ਗੁਰੂ ਜੀ ਦਾ ਇੱਕ ਵਚਨ ਆਉਂਦਾ ਸਾਡੇ ਨਿਤਨੇਮ ਦੀ ਬਾਣੀ ਵਿੱਚ, ਗੁਰੂ ਸਾਹਿਬ ਦੀ ਬਾਣੀ ਹੈ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕੋਈ ਕਹਿੰਦਾ ਵੀ ਮਾਲਕ ਬੜੀ ਦੂਰ ਹੈ, ਕੋਈ ਕਹਿੰਦਾ ਵੀ ਮੈਨੂੰ ਪ੍ਰਤੱਖ ਜਾਂ ਸਾਖਸ਼ਾਤ ਦਿਖਾਈ ਦਿੰਦਾ। ਇਸ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇੱਕ ਸਵਾਲ ਜ਼ਰੂਰ ਪੈਦਾ ਹੁੰਦਾ ਵੀ, ਜਾਂ ਕਹਿੰਦੇ ਵੀ ਜੇ ਰੱਬ ਸਾਰੇ ਥਾਵਾਂ ਤੇ ਹੈ ਦਿਖਾਈ ਕਿਉਂ ਨਹੀਂ ਦਿੰਦਾ? ਸੋ ਬਿਦ ਨੇਕੀ ਦਿਓ ਬਿਤਾਈ। ਮਹਾਰਾਜ ਜੀ ਨੇ ਕਿਹਾ ਉਹਦੇ ਵਿੱਚ ਇਹ ਕਾਰਨ ਹੈ, ਉਸ ਦੇ ਵਿੱਚ ਜੁਗਤੀ ਹੈ। ਗਿਆਨੀ ਕੋ ਜੋ ਹਿਰਦਾ ਬਿਮਲ ਹੈ। ਜਿਹੜਾ ਗਿਆਨੀ ਪੁਰਖ ਹੁੰਦਾ ਨਾ ਉਹਦਾ ਹਿਰਦਾ ਨਿਰਮਲ ਹੁੰਦਾ। ਬੇਮਲ ਦਾ ਅਰਥ ਹੈ ਮੈਲ ਤੋਂ ਰਹਿਤ ਹੁੰਦਾ। ਜਿਹੜਾ ਹਿਰਦਾ ਸਾਫ਼ ਹੈ ਨਾ ਉਹਦੇ ਵਿੱਚ ਹੀ ਉਹਨੂੰ ਬ੍ਰਹਮ ਦੇ ਦਰਸ਼ਨ ਹੋਣੇ। ਜਿਹਦਾ ਬੰਦੇ ਦਾ ਦਿਲ ਮੈਲ ਹੈ ਉੱਥੇ ਉਹਨੂੰ ਬ੍ਰਹਮ ਦਾ ਦਰਸ਼ਨ ਨਹੀਂ ਹੋਏਗਾ। ਹਜੂਰ ਇਸ ਵਾਸਤੇ ਵਾਕ ਕਿਹਾ, ਤਹਾਂ ਪ੍ਰਗਟ ਜਿਉ ਸਰੋਤ ਸੋ ਜਲ ਹੈ। ਮਹਾਰਾਜ ਕਹਿੰਦੇ ਉੱਥੇ ਨਾ ਜਿੱਦਾਂ ਦਿਲ ਸਾਫ਼ ਹੈ ਉੱਥੇ ਤੁਹਾਨੂੰ ਇਵੇਂ ਦੀ ਅਵਸਥਾ ਮਿਲੇਗੀ ਜਿਵੇਂ ਇੱਕ ਝਰਨਾ ਹੁੰਦਾ, ਝਰਨੇ ਦੇ ਵਿੱਚੋਂ ਸਦਾ ਨਿਰਮਲ ਜਲ ਵਹਿੰਦਾ। ਤੇ ਜਿੱਥੇ ਹੈ ਜਿਹਦਾ ਦਿਲ ਮੈਲ ਹੈ ਉੱਥੇ ਨਾ ਝਰਨਾ ਵਹਿੰਦਾ ਨਾ ਉੱਥੇ ਨਿਰਮਲ ਜਲ ਦੀ ਉਹ ਗੱਲ ਹੁੰਦੀ ਹੈ, ਨਾ ਉਹਦੇ ਵਿਚਾਰ ਵੀ ਨਿਰਮਲ ਨਹੀਂ ਹੁੰਦੇ ਉਹਦੇ। ਇਸ ਤਰ੍ਹਾਂ ਨਾਲ ਮਹਾਰਾਜ ਜੀ ਨੇ ਵਾਕ ਕਿਹਾ ਕਿ ਗਿਆਨੀ ਪੁਰਸ਼ ਦਾ ਜਿਹੜਾ ਹਿਰਦਾ ਹੁੰਦਾ ਉਹਦੇ ਹਿਰਦੇ ਵਿੱਚ ਇਵੇਂ ਹੁੰਦਾ ਵੀ ਦਿਲ ਸ਼ੁੱਧ ਕਰਕੇ ਉਹਦੇ ਵਿਚਾਰ ਵੀ ਜਿਹੜੇ ਹੁੰਦੇ ਉਹ ਵੀ ਨਿਰਮਲ ਹੁੰਦੇ ਆ। ਕਿਸੇ ਨਾਲ ਈਰਖਾ ਵਾਲੇ ਨਹੀਂ ਹੁੰਦੇ, ਕਿਸੇ ਨਾਲ ਦਵੈਖ ਵਾਲੇ ਨਹੀਂ ਹੁੰਦੇ। ਉਹਦੇ ਵਿਚਾਰਾਂ ਦੇ ਵਿੱਚ ਸਰਬੱਤ ਦੇ ਭਲੇ ਦੀਆਂ ਗੱਲਾਂ ਹੁੰਦੀਆਂ ਹਨ। ਜਗਿਆਸੀ ਕੋ ਉਰ ਹੈ ਜੋਈ। ਗੁਰੂ ਮਹਾਰਾਜ ਕਹਿੰਦੇ ਦੂਜਾ ਪੱਖ ਇਹ ਆ ਵੀ ਜਿਹੜੇ ਲੋਕ ਜਗਿਆਸੀ ਨੇ,
ਜਗਿਆਸੀ ਭਾਵ ਕੇ ਥੋੜੀ ਇੱਛਾ ਰੱਖਦੇ ਨੇ, ਉਹਨਾਂ ਦਾ ਜਿਹੜਾ ਦਿਲ ਹੈ ਕੂਪ ਸਮਾਨ ਜਾਣੀਏ ਸੋਈ। ਉਹਨਾਂ ਦਾ ਹਿਰਦਾ ਹੁੰਦਾ ਵੀ ਜਿਵੇਂ ਖੂਹ ਦੀ ਤਰ੍ਹਾਂ ਹੈ। ਯਤਨ ਕਰੇ ਜਲ ਕਰ ਮਹਿ ਆਵੈ। ਉਹ ਇਦਾਂ ਕਰਦੇ ਆ ਵੀ ਥੋੜੇ ਉਹਨਾਂ ਨੂੰ ਯਤਨ ਕਰਨਾ ਪੈਂਦਾ ਜਗਿਆਸੀਆਂ ਨੂੰ। ਉਹ ਜਦੋਂ ਹੀਲਾ ਕਰਦੇ ਨੇ, ਯਤਨ ਕਰਦੇ ਨੇ, ਉਹਨਾਂ ਨੂੰ ਉਹ ਖੂਹ ਦੇ ਵਿੱਚੋਂ ਯਤਨ ਕਰਕੇ ਜਿਵੇਂ ਜਲ ਪ੍ਰਾਪਤ ਹੋ ਜਾਂਦਾ, ਜਗਿਆਸੀ ਇਦਾਂ ਕੱਢ ਲੈਂਦੇ ਹਨ। ਤਿਉ ਪ੍ਰਯਾਸ ਤੇ ਈਸ਼ਰ ਪਾਵੈ। ਇਸ ਤਰ੍ਹਾਂ ਜਗਿਆਸੀ ਪੁਰਸ਼ ਜਿਹੜੇ ਹੁੰਦੇ ਆ, ਜਿਨ੍ਹਾਂ ਨੂੰ ਥੋੜੀ ਥੋੜੀ ਲਗਨ ਹੁੰਦੀ ਆ, ਮੰਨ ਲਓ ਕੀਰਤਨ ਸਰਵਣ ਕਰਦੇ ਰਹਿਣ, ਕਥਾ ਸਰਵਣ ਕਰਦੇ ਰਹਿਣ, ਨਾਮ ਅਭਿਆਸ ਕਰਦੇ ਰਹਿਣ, ਬਾਣੀ ਸੁਣਦੇ ਰਹਿਣ, ਇਹ ਲਗਨ ਬਣੀ ਰਹੇ ਜਿਨ੍ਹਾਂ ਦੇ ਅੰਦਰ, ਐਸੇ ਜਿਹੜੇ ਪੁਰਸ਼ ਹੁੰਦੇ ਆ, ਉਹ ਯਤਨ ਕਰਨ ਦੇ ਉੱਤੇ ਉਹਨਾਂ ਨੂੰ ਵੀ ਜਿਵੇਂ ਜਲ ਮਿਲ ਜਾਂਦਾ, ਗਿਆਨ ਮਿਲ ਜਾਂਦਾ, ਜੀਵਨ ਦੀ ਰਾਹ ਮਿਲ ਜਾਂਦੀ ਉਹਨਾਂ ਨੂੰ। ਅਗਿਆਨੀ ਕੋ ਉਰ ਹੈ ਜੋ। ਗੁਰੂ ਮਹਾਰਾਜ ਕਹਿੰਦੇ ਜਿਹੜਾ ਅਗਿਆਨੀ ਬੰਦਾ ਹੁੰਦਾ, ਉਹਦਾ ਜਿਹੜਾ ਦਿਲ ਹੁੰਦਾ ਹੈ, ਪੜਦੇ ਕੋ ਜਲ ਜਾਨੋ ਸੋ। ਉਹਦੇ ਅੰਦਰ ਪਰਮਾਤਮਾ ਦਾ ਨਾਮ ਉਹਦੇ ਅੰਦਰ ਵੀ ਹੈ, ਪਰ ਉਹਦੇ ਅੰਦਰ ਜਿੱਦਾਂ ਪਰਦੇ ਦੇ ਵਿੱਚ ਪਿਆ ਜਲ ਆ, ਉਹਨੂੰ ਪਤਾ ਹੀ ਨਹੀਂ ਹੈ ਮੇਰੇ ਅੰਦਰ ਇਹ ਅਵਸਥਾ ਹੈ। ਉਹ ਇਦਾਂ ਦਾ ਹੈ ਵੀ ਅਜੇ ਤੱਕ ਉਹਨੂੰ ਪਤਾ ਨਹੀਂ ਹੈ, ਜਿੱਦਾਂ ਪਰਦੇ ਦੇ ਵਿੱਚ ਪਿਆ ਜਲ ਹੈ। ਤੇ ਤਤਕਾਲ ਹੱਥ ਨ ਆਈ। ਕਹਿੰਦੇ ਇਸ ਤਰ੍ਹਾਂ ਨਾਲ ਉਹਦੇ ਛੇਤੀ ਹੱਥ ਨਹੀਂ ਆਉਂਦਾ, ਨਾ ਤਾਂ ਉਹ ਯਤਨ ਕਰਦਾ, ਨਾ ਉਹ ਕੋਸ਼ਿਸ਼ ਕਰਦਾ। ਹੁਣ ਜਿਵੇਂ ਕਿ ਖਾਲਸਾ ਸਾਜਨਾ ਦਿਵਸ ਆ ਰਿਹਾ, ਤਾਂ ਸਾਰੇ ਪਾਸੇ ਪਤਾ ਵੀ ਵਿਸਾਖੀ ਆ ਰਹੀ ਹੈ, ਖਾਲਸਾ ਸਾਜਨਾ ਦਿਵਸ ਆ ਰਿਹਾ। ਇੰਨਾ ਮਹਾਨ ਦਿਵਸ ਸਮੁੱਚੇ ਵਿਸ਼ਵ ਦੇ ਵਿੱਚ, ਸੰਸਾਰ ਦੇ ਵਿੱਚ ਕਿਤੇ ਨਹੀਂ ਮਿਲੇਗਾ, ਜਿੱਥੇ ਸਿੱਖਾਂ ਦੇ ਦਸਮੇਸ਼ ਪਿਤਾ, ਦਸਵੇਂ ਗੁਰੂ ਸਾਹਿਬਾਨ ਨੇ ਆਪਣੇ ਸਿੱਖ ਨੂੰ, ਉਹਨਾਂ ਨੇ ਜਿੱਥੇ ਸੰਪੂਰਨ ਸਾਬਤ ਸੂਰਤ ਸਿੱਖ ਸੀ, ਉੱਥੇ ਉਹਨਾਂ ਨੇ ਆਪਣੇ ਸਿੱਖ ਨੂੰ ਇਸ ਸਮੇਂ ਪਰਖਿਆ ਵੀ ਸੰਗਤ ਦੇ ਵਿੱਚੋਂ। ਤਾਂ ਉਹਨਾਂ ਨੇ 5 ਕਕਾਰ ਜਿਹੜੇ ਸੀ ਬਖਸ਼ਿਸ਼ ਕੀਤੇ। ਤਾਂ 10ਵੇਂ ਗੁਰੂ ਮਹਾਰਾਜ ਨੇ 5 ਬਾਣੀਆਂ ਜਿਹੜੀਆਂ ਸੀ ਉਹ ਉਹਨਾਂ ਬਖਸ਼ਿਸ਼ ਕੀਤੀਆਂ। ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਨਾਮ ਦੇ ਨਾਲ ਸਿੰਘ ਲਾਇਆ, ਜਾਤ ਪਾਤ ਮਿਟਾਈ। ਮਹਾਰਾਜ ਜੀ ਦੇ ਜਿਹੜੇ ਪਰਖ ਦੇ ਵਿੱਚੋਂ ਸਿੱਖ ਨਿਕਲ ਗਏ, ਗੁਰੂ ਜੀ ਇਹਨਾਂ ਨੂੰ ਤਖੱਲਸ ਦੇਣ ਲੱਗਿਆਂ ਛੋਟਾ ਨਹੀਂ ਦਿੱਤਾ। ਉਹਨਾਂ ਨੇ ਕਿਹਾ ਵੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਗੁਰਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਹੁਣ ਕਈ ਵਾਰ ਕਈ ਬੰਦੇ ਕਹਿ ਦਿੰਦੇ, ਉਹਨਾਂ ਨੂੰ ਕਹੀਦਾ ਭਾਈ ਵਿਸਾਖੀ ਆਈ ਹੈ ਜਾਂ ਤੁਸੀਂ ਵੀ ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ। ਉਹ ਕਹਿੰਦੇ ਜਦੋਂ ਆਪੇ ਹੁਕਮ ਹੋਏਗਾ ਛਕ ਲਾਂਗੇ। ਅਗਿਆਨੀ ਪੁਰਸ਼ਾਂ ਦਾ ਇਹ ਗੱਲ ਹੁੰਦਾ ਭਈ ਤੁਹਾਨੂੰ ਜਦੋਂ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ 5 ਪਿਆਰੇ, ਉਹਨਾਂ ਨੇ ਕਿਹਾ ਵੀ ਜਿੱਥੇ 5 ਸਿੰਘ ਨੇ ਉੱਥੇ ਮੈਂ ਆਪ ਵਰਤਦਾ, ਮੇਰੇ 5 ਪਿਆਰੇ ਹੋਣਗੇ। ਤੁਹਾਨੂੰ ਮਹਾਰਾਜ ਨੇ ਸਿੱਧਾ ਆ ਕੇ ਕਹਿਣਾ ਵੀ ਤੁਸੀਂ ਭਾਈ ਤੁਸੀਂ ਛਕੋ। ਤੁਹਾਨੂੰ ਗੁਰੂ ਮਹਾਰਾਜ ਦੇ ਹੁਕਮ ਮੁਤਾਬਕ ਨਹੀਂ ਵੀ ਜੋ ਉਹਨਾਂ ਦਾ ਕਿਹਾ ਤੇ ਗੁਰੂ ਕਾ ਸੱਦਾ ਵੀ ਆਪਾਂ ਗੁਰੂ ਵਾਲੇ ਬਣਨਾ। ਅਸੀਂ ਅਜੇ ਵਰਦੀ ਦੇ ਧਾਰਨੀ ਨਹੀਂ ਜਾਂ ਬਾਣੇ ਦੇ ਧਾਰਨੀ ਨਹੀਂ, ਅਜੇ ਵੀ ਸਾਡਾ ਜੀਵਨ ਗੁਰੂ ਦੇ ਲੜ ਨਹੀਂ ਲੱਗਿਆ। ਇਸ ਵਾਸਤੇ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂਦੇਵ ਜੀ ਮਹਾਰਾਜ ਨੇ ਕਿਹਾ ਵੀ ਜਿਹੜਾ ਅਗਿਆਨੀ ਪੁਰਸ਼ ਹੁੰਦਾ, ਰੱਬ ਤਾਂ ਉਹਦੇ ਅੰਦਰ ਵੀ ਵੱਸਦਾ, ਪਰ ਅਜੇ ਤੱਕ ਉਹਦੇ ਅੰਦਰ ਮੰਨਣ ਵਾਲੀ ਸ਼ਰਧਾ ਨਹੀਂ ਬਣੀ। ਜਦ ਮੰਨਣ ਵਾਲੀ ਸ਼ਰਧਾ ਬਣੇਗੀ ਤੇ ਪ੍ਰਗਟ ਹੋ ਜਾਏਗਾ। ਕੋਈ ਐਵੇਂ ਦਾ ਸਕੂਲ ਕਾਲਜ ਹੈਗਾ ਵੀ ਜਿੱਥੇ ਬੰਦਾ ਕਹੇ ਵੀ ਪੜ੍ਹਾਈ ਤੋਂ ਬਿਨਾਂ ਹੀ ਮੈਂ ਕੋਈ ਤਰੱਕੀ ਕਰ ਜਾ, ਮੈਂ ਉੱਥੇ ਦੀ ਸਿਲੇਬਸ ਨਾ ਪੜ੍ਹਾਂ, ਉਹਦੀ ਜਾਣਕਾਰੀ ਨਾ ਲਵਾਂ, ਉਹਦੇ ਮੁਤਾਬਕ ਨਹੀਂ ਚੱਲਾਂ। ਗੁਰੂ ਮਹਾਰਾਜ ਜੀ ਕਹਿਣ ਲੱਗੇ ਇਸ ਵਾਸਤੇ ਇਹਦਾ ਜਿਹੜਾ ਪੁਰਸ਼ ਹੁੰਦਾ ਅਗਿਆਨੀ, ਇਹਨੂੰ ਫਿਰ ਪਰਮਾਤਮਾ ਤਾਂ ਉਹਦੇ ਵਿੱਚ ਹੁੰਦਾ, ਪਰ ਉਹ ਯਤਨ ਹੀ ਨਹੀਂ ਕਰਦਾ, ਉਹਦੇ ਹੱਥ ਨਹੀਂ ਆਉਂਦਾ ਹੀ, ਸਮਝ ਨਹੀਂ ਪੈਂਦੀ। ਪਾਰਸ਼ਿਤ ਮੈਂ ਜਲ ਹੈ ਸਭ ਥਾਈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਪਰਮਾਤਮਾ ਤਾਂ ਹੈਗਾ ਸਾਰੇ ਥਾਂ ਦੇ ਉੱਤੇ, ਕਿਉਂ ਪਰਮੇਸ਼ਰ ਹੈ ਸਭ ਮਾਹੀ। ਇਸੇ ਤਰ੍ਹਾਂ ਜਿਸ ਤਰ੍ਹਾਂ ਸਾਰੇ ਥਾਵਾਂ ਤੇ ਧਰਤੀ ਦੇ ਵਿੱਚ ਜਲ ਹੈ, ਏਦਾਂ ਪਰਮੇਸ਼ਰ ਹੈ ਸਭ ਥਾਵਾਂ ਤੇ। ਪ੍ਰਗਟਨ ਦੁਰਨ ਕਹੀਂ ਬਿਦ ਜਾਹੀ। ਕਿਤੇ ਕਈਆਂ ਗੁਰਮੁਖਾਂ ਨੇ ਪਿਆਰਿਆਂ ਨੇ ਉਹਨੂੰ ਮੰਨ ਕੇ ਪ੍ਰਗਟ ਕਰ ਲਿਆ,
ਜਿਨ੍ਹਾਂ ਨਹੀਂ ਪ੍ਰਗਟ ਕੀਤਾ ਉਹ ਕਹਿ ਦਿੰਦੇ ਵੀ ਮੈਨੂੰ ਤਾਂ ਦਿਖਾਈ ਨਹੀਂ ਦਿੰਦਾ, ਉੱਥੇ ਪ੍ਰਗਟ ਨਹੀਂ ਹੁੰਦਾ। ਇਹ ਜੋ ਜਗਤ ਬਣਾਓ ਬਣਿਓ ਹੈ। ਗੁਰੂ ਮਹਾਰਾਜ ਜੀ ਨੇ ਕਿਹਾ ਜਿੰਨਾ ਹੀ ਜਗਤ ਹੈ, ਜਿੰਨਾ ਸੰਸਾਰ ਹੈ, ਜਿੰਨੀ ਸੰਸਾਰ ਦੀ ਸਿਰਜਣਾ ਹੈ, ਉਤਪਤੀ ਹੈ, ਪਰਮਾਤਰ ਬਿਨ ਕੋਨ ਗੁਣਿਓ ਹੈ। ਇਹ ਪਰਮਾਤਮਾ ਤੋਂ ਬਿਨਾ ਪ੍ਰਕਿਰਤੀ ਕਿੰਨੇ ਬਣਾਈ ਹੈ? ਇਹ ਸਭ ਉਹਨੇ ਬਣਾਈ ਹੈ, ਜਿਹੜਾ ਪ੍ਰਕਿਰਤੀ ਦੇ ਵਿੱਚ ਬੈਠਾ ਹੋਇਆ ਹੈ। ਜਿਉ ਨਿਜ ਰੂਪ ਬੀਜ ਵੱਡ ਧਾਰਤ। ਗੁਰੂ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਨਾਲ ਇੱਕ ਬੀਜ ਹੁੰਦਾ, ਬੀਜ ਛੋਟਾ ਜਿਹਾ ਹੁੰਦਾ, ਜਦੋਂ ਧਰਤੀ ਦੇ ਵਿੱਚ ਬੀਜ ਦਿੱਤਾ ਜਾਂਦਾ ਤਾਂ ਉਹੀ ਬੀਜ ਜਿਹੜਾ ਵੱਡਾ ਰੂਪ ਧਾਰਨ ਕਰ ਲੈਂਦਾ। ਪਹਿਲਾਂ ਪੌਦਾ ਬਣਦਾ, ਵੱਡਾ ਬੂਟਾ ਬਣਦਾ, ਦਰਖਤ ਬਣਦਾ, ਉਹਦੇ ਵਿੱਚ ਟਹਿਣੀਆਂ, ਸ਼ਾਖਾਵਾਂ, ਪੱਤੇ, ਫੁੱਲ, ਫਲ, ਵਿੱਚ ਉਹਦੇ ਜੀਣ ਦਾ ਰਹੱਸ ਬੀਜ ਵੀ ਗਿਟਕ ਬਣ ਕੇ ਹੁੰਦਾ। ਇਸ ਤਰ੍ਹਾਂ ਦੇ ਨਾਲ ਜਿਵੇਂ ਇੱਕ ਨਿੱਕਾ ਜਿਹਾ ਬੀਜ ਕਿੰਨੇ ਵੱਡੇ ਦਰਖਤ ਦਾ ਰੂਪ ਧਾਰਨ ਕਰ ਲੈਂਦਾ ਹੈ। ਹੋਵੇ ਕਰ ਬਿਟਪ ਭਲੇ ਵਿਸਤਾਰਤ। ਕਹਿੰਦੇ ਇਸ ਤਰ੍ਹਾਂ ਹੈ ਕਿ ਹਵਾਏ ਕੇ ਪੈਦਾ ਹੋ ਕੇ ਕਿੰਨਾ ਵੱਡਾ ਦਰਖਤ ਬਣ ਜਾਂਦਾ ਹੈ। ਤੇ ਬੀਰਜ ਕੋ ਖੋਜੈ ਕੋ। ਇਸ ਵਾਸਤੇ ਜੇ ਕਿਸੇ ਨੇ ਬੀਜ ਲੱਭਣਾ ਹੋਵੇ, ਉਦਾਂ ਤਾਂ ਕਈ ਵਾਰ ਅਸੀਂ ਬਾਹਰ ਦਰਖਤ ਦੇ ਹੀ ਵੱਲ ਵੇਖ ਕੇ, ਉਹਦਾ ਫਲ ਵੇਖ ਕੇ, ਉਹਦੇ ਪੱਤੇ ਵੇਖ ਕੇ ਪਤੀਜ ਜਾਂਦੇ ਵੀ ਦਰਖਤ ਬੜਾ ਵੱਡਾ, ਦਰਖਤ ਦੀ ਛਾਂ ਬੜੀ ਆ, ਦਰਖਤ ਦੇ ਫਲ ਬੜੇ ਸਵਾਦੀ ਆ। ਕੋਈ ਬੰਦਾ ਹੁੰਦਾ ਵੀ ਜਿਹੜਾ ਦਰਖਤ ਦੇ ਬੀਜ ਤੱਕ ਜਾਂਦਾ ਵੀ ਆਖਰਕਾਰ ਇਹਦਾ ਬੀਜ ਕਿੱਦਾਂ, ਇਹਦਾ ਜਨਮ ਕਿਵੇਂ ਆ, ਇਹਦਾ ਮੂਲ ਕੀ ਹੈ। ਇਸ ਤਰ੍ਹਾਂ ਦੇ ਨਾਲ ਕਾਠ ਪੱਤਰ ਪੁਸ਼ਪਾਦਿਕ ਜੋ। ਕਹਿੰਦੇ ਕਈ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਨਾਲ ਬਿਰਤੀਆਂ ਹੁੰਦੀਆਂ। ਕਈ ਏਦਾਂ ਹੁੰਦਾ ਵੀ ਲੱਕੜ ਤੱਕ ਹੀ ਸੀਮਿਤ ਹੁੰਦੇ ਵੀ ਲੱਕੜ ਬੜੀ ਵਧੀਆ, ਕਈ ਉਹਦੇ ਪੱਤਿਆਂ ਤੱਕ, ਕਈ ਫੁੱਲਾਂ ਨੂੰ ਤੱਕ ਹੀ ਪਤੀਜ ਜਾਂਦੇ ਹਨ। ਤਹ ਤੇ ਹਾਥ ਨ ਆਵੇ ਕਬਹੀ। ਮੰਨ ਲਓ ਜੇ ਕੋਈ ਬੰਦਾ ਲੱਕੜ ਕੱਟ ਲਏ ਉਹਦੀ, ਗੁਰੂ ਜੀ ਕਹਿਣ ਲੱਗੇ ਤੇ ਲੱਕੜ ਦੇ ਵਿੱਚੋਂ ਤਾਂ ਬੀਜ ਨਹੀਂ ਨਿਕਲਣਾ। ਜੇ ਉਹਦੇ ਪੱਤੇ ਕੱਟ ਲਏ ਤਾਂ ਨਹੀਂ ਨਿਕਲਣਾ। ਜੇ ਉਹਦੇ ਫੁੱਲ ਜਿਹੜੇ ਆ ਉਹਨਾਂ ਨੂੰ ਤੋੜ ਕੇ ਸੁਗੰਧੀ ਲੱਭ ਲਈ, ਚਲੋ ਉਹ ਮਿਲ ਗਈ, ਪਰ ਬੀਜ ਮੂਲ ਤਾਂ ਨਹੀਂ ਪਤਾ ਲੱਗਦਾ ਉਹਦੇ ਨਾਲ। ਇਸ ਵਾਸਤੇ ਖੋਜਤ ਰਹੇ ਆਰ ਬਲ ਸਭ ਹੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਾਲ ਹੱਥ ਨਹੀਂ ਆਉਂਦਾ। ਫਿਰ ਵੀ ਭਾਵੇਂ ਬੰਦਾ ਸਾਰੀ ਉਮਰ ਹੀ ਉਹਦੀਆਂ ਟਹਿਣੀਆਂ ਵੱਢਦਾ ਰਹੇ, ਪੱਤੇ ਲਾਉਂਦਾ ਰਹੇ, ਉਹਦੇ ਫਲ ਫੁੱਲ ਲਾਉਂਦਾ ਰਹੇ, ਜੇ ਫਲ ਕੋ ਖੋਜੈ ਫਲ ਭਾਂਤੀ। ਜੇ ਉਹਦਾ ਫਲ ਨੂੰ ਭਲੀ ਪ੍ਰਕਾਰ ਦੇ ਨਾਲ ਖੋਜਣਾ ਹੈ, ਪਾਏ ਬੀਜ ਹੋਵੇ ਸੀਤਲ ਛਾਤੀ। ਫਿਰ ਮਹਾਰਾਜ ਕਹਿੰਦੇ ਉਹ ਫਲ ਦੇ ਵਿੱਚੋਂ ਬੀਜ ਨਿਕਲਦਾ, ਬੀਜ ਮਿਲ ਜਾਂਦਾ, ਫਿਰ ਸ਼ੀਤਲ ਠੰਡਾ ਹੋ ਜਾਂਦਾ ਸੀਨਾ। ਇਹ ਆ ਛੋਟੇ ਜਿਹੇ ਬੀਜ ਦੇ ਵਿੱਚ ਦਰਖਤ ਦਾ ਇੰਨਾ ਭੇਦ ਲੁਕਿਆ ਪਿਆ ਸੀ, ਉਹਦੇ ਤੋਂ ਇੰਨਾ ਵੱਡਾ ਦਰਖਤ ਬਣ ਗਿਆ ਸੀ। ਕਿਉਂ ਪਰਮੇਸ਼ਰ ਖੋਜਨ ਵਾਰੇ। ਗੁਰੂ ਜੀ ਕਹਿਣ ਲੱਗੇ ਇਸ ਤਰ੍ਹਾਂ ਜਿਹੜੇ ਪ੍ਰਾਣੀ ਜੀਵ ਪਰਮਾਤਮਾ ਦੀ ਖੋਜ ਕਰਨ ਵਾਲੇ ਨੇ, ਭਾਲ ਕਰਨ ਵਾਲੇ ਹਨ। ਕਾਠ ਤਾਮਸੀ ਜੀਉ ਨਿਹਾਰੇ। ਇਸ ਤਰ੍ਹਾਂ ਕਈ ਜਿਹੜੇ ਹੁੰਦੇ ਨੇ ਤਾਮਸੀ ਬਿਰਥੀ ਦੇ, ਉਹ ਇਦਾਂ ਹੀ ਹੁੰਦੇ ਆ ਵੀ ਕਿਤੇ ਲੱਕੜ ਮਿਲ ਜੇ ਨਾ ਥੋੜੀ ਕੁ, ਉਹ ਲੱਕੜ ਤੱਕ ਸੀਮਤ ਹੁੰਦੇ ਆ। ਉਹਨਾਂ ਨੂੰ ਲੱਕੜ ਮਿਲ ਗਈ, ਉਹਨਾਂ ਦਾ ਲੱਕੜ ਤੱਕ ਹੀ ਗੱਲ ਨਿਬੜ ਜਾਂਦੀ ਹੈ। ਬਚਨ ਕਠੋਰ ਕਹਿਨ ਹੈ ਜੋ। ਮਹਾਰਾਜ ਕਹਿੰਦੇ ਇਸ ਤਰ੍ਹਾਂ ਬਚਨ ਕਹਿਣ ਨੂੰ ਤਾਂ ਹੈ ਕਠਨ, ਲੱਖ ਕਠੋਰ ਪਨ ਤਾਂ ਮੈਂ ਸੋ। ਕਹਿੰਦੇ ਇਸ ਤਰ੍ਹਾਂ ਨਾਲ ਕਈ ਤਾਂ ਲੱਕੜ ਮਿਲ ਗਈ, ਉਹਨਾਂ ਨੂੰ ਉਹਦੇ ਮੂਲ ਤੱਕ ਨਹੀਂ ਜਾਂਦੇ, ਉਹ ਲੱਕੜ ਤੱਕ ਸੀਮਤ ਹੁੰਦੇ ਆ। ਉਹ ਲੱਕੜ ਮਿਲੀ, ਲੱਕੜ ਵਾਸਤੇ ਉਹਨਾਂ ਨੇ ਵੀ ਲੱਕੜ ਕੱਟੀ, ਉਹਨਾਂ ਨੂੰ ਮੂਲ ਤੱਕ ਨਹੀਂ ਜਾਂਦੇ। ਤਹ ਤੇ ਈਸ਼ਰ ਹੱਥ ਨ ਆਵੇ। ਇਸ ਤਰ੍ਹਾਂ ਕਈ ਪ੍ਰਾਣੀ ਹੁੰਦੇ ਆ, ਮੰਨ ਲਓ ਆਪਾਂ ਕਹਿੰਦੇ ਆ ਸਾਰਿਆਂ ਦੇ ਵਿੱਚ ਰੱਬ ਵੱਸਦਾ, ਤਾਂ ਕਈਆਂ ਦੀਆਂ ਸ਼ਾਖਾਵਾਂ ਕਿੰਨੀਆਂ ਹੁੰਦੀਆਂ। ਉਹ ਇਹ ਹੁੰਦਾ ਵੀ ਆਪਣੇ ਟੱਬਰ ਦੇ ਵਿੱਚ, ਇੱਕ ਪਰਿਵਾਰ ਦੇ ਵਿੱਚ ਮਾਤਾ ਪਿਤਾ ਰਹਿੰਦੇ ਆ, ਗਾਂ ਪੁੱਤਰ ਰਹਿੰਦੇ ਆ। ਉਹ ਇਹੋ ਪਛਾਣ ਕਰਦੇ ਆਹ ਮੇਰਾ ਪੁੱਤਰ ਨੇ, ਆਹ ਮੇਰੇ ਪੋਤਰੇ ਨੇ, ਆਹ ਮੇਰੇ ਰਿਸ਼ਤੇਦਾਰ ਨੇ, ਇੰਨਾ ਸਾਡਾ ਆਪਣਾ ਜਿਹੜਾ ਵੀ ਡੰਗ ਦਵਾਲਾ। ਤਾਂ ਉਹਦੇ ਵਿੱਚ ਹੀ ਉਹਦਾ ਰੱਬ ਮੂਲ ਵਿੱਚ ਬੈਠਾ। ਪਰ ਜੇ ਉਹਨਾਂ ਨੂੰ ਇਹ ਪਹਿਚਾਣ ਆਏਗੀ ਤੇ ਫਿਰ ਉਹਨਾਂ ਨੂੰ ਸਾਰੇ ਸੰਸਾਰ ਦੀ ਇੱਦਾਂ ਹੋਏਗਾ ਵੀ ਸਭੈ ਘਟ ਰਾਮ ਬੋਲੈ, ਆਰਾਮਾ ਬੋਲੈ, ਆਰਾਮ ਬਿਨਾ ਕੋ ਬੋਲੈ ਰੇ।
ਤੇ ਜੇ ਆਪਣੇ ਤੱਕ ਹੋਣਗੇ ਤੇ ਫਿਰ ਉਹਨਾਂ ਨੂੰ ਆਖਣ ਆਹ ਸਾਡਾ ਘਰ ਹੀ, ਆਹ ਸਾਡਾ ਟੱਬਰ ਹੀ, ਉਹ ਦੂਜੇ ਪਾਸੇ ਬਗਾਨੇ ਰਹਿੰਦੇ, ਉਹਨਾਂ ਨਾਲ ਨਹੀਂ ਆਪਾਂ ਮਿਲਣਾ ਵਰਤਣਾ। ਉਹਨਾਂ ਦੇ ਘਰ ਖੁਸ਼ੀ ਵੀ ਆਈ ਚੰਗੀ ਨਹੀਂ ਲੱਗਣੀ, ਉਹਨਾਂ ਦਾ ਸੁੱਖ ਵੀ ਸਾਨੂੰ ਚੰਗਾ ਨਹੀਂ ਲੱਗਣਾ। ਇਸ ਤਰ੍ਹਾਂ ਨਾਲ ਜਿੱਥੇ ਗੁਰੂ ਮਹਾਰਾਜ ਕਹਿੰਦੇ ਜਿੱਥੇ ਇਵੇਂ ਦੀਆਂ ਬਿਰਤੀਆਂ ਹੋ ਜਾਂਦੀਆਂ, ਸੰਕੋਚੀਆਂ ਜਾਂਦੀਆਂ, ਉੱਥੇ ਸਾਨੂੰ ਇੱਕ ਦਰਖਤ ਦੀ ਜਿਹੜੀ ਲੱਕੜ ਹੈ, ਸਾਡਾ ਮੋਹ ਲੱਕੜ ਤੱਕ ਹੋ ਜਾਂਦਾ ਸੀਮਤ। ਆਪਾਂ ਬੀਜ ਤੇ ਕੀ ਲੈਣਾ? ਉਹਨਾਂ ਨੂੰ ਪਰਮਾਤਮਾ ਨਹੀਂ ਮਿਲਦਾ। ਫਿਰ ਜਿਉ ਸਿਕਤਾ ਤੇ ਤੇਲ ਨਾ ਪਾਵੈ, ਜਿਸ ਤਰ੍ਹਾਂ ਰੇਤ ਦੇ ਵਿੱਚੋਂ ਤੇਲ ਨਹੀਂ ਜਿਹੜਾ ਪ੍ਰਾਪਤ ਹੁੰਦਾ। ਅਹ ਰਾਜਸੀ ਪੱਤਰ ਸਮਾਨਾ, ਇੱਕ ਰਾਜਸੀ ਲੋਕ ਹੁੰਦੇ ਆ, ਉਹ ਹੁੰਦੇ ਆ ਵੀ ਪੱਤਰ ਦੇ ਸਮਾਨ, ਭਈ ਜਿਹੜੇ ਉਹਦੇ ਲੱਗੇ ਹੁੰਦੇ ਪੱਤੇ ਉਹਨਾਂ ਦੇ ਸਮਾਨ। ਛਾਇਆ ਦੇ ਸੁਖ ਬਿਖੈ ਮਹਾਨਾ, ਉਹਨਾਂ ਨੂੰ ਏਦਾਂ ਹੁੰਦਾ ਵੀ ਆਪਾਂ ਬੀਜ ਤੱਕ ਨਹੀਂ ਜਾਂਦੇ, ਉਹ ਦਰਖਤ ਦੇ ਥੱਲੇ ਬੈਠ ਗਏ ਤੇ ਛਾਂ ਦਾ ਸੁੱਖ ਮਾਣ ਲਿਆ। ਇਸ ਤਰ੍ਹਾਂ ਰਾਜਸੀ ਬਿਰਤੀ ਦੇ ਐਵੇਂ ਦੇ ਲੋਕ ਹੁੰਦੇ ਹਨ। ਤਿਨ ਤੇ ਹਰੀ ਪਾਏ ਨਹਿ ਕੈਸੇ, ਉਹਨਾਂ ਨੇ ਏਦਾਂ ਹੁੰਦਾ ਵੀ ਉਹ ਕਹਿੰਦੇ ਆ ਕਿ ਉਹਨਾਂ ਨੂੰ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਨੂੰ ਬੀਜ ਦਾ ਹੀ ਪਛਾਣ ਨਹੀਂ ਹੁੰਦੀ। ਉਹ ਜੀਵਨ ਦੇ ਵਿੱਚ ਜਿਹੜੇ ਪਾਸੇ ਸੁੱਖ ਮਿਲਦਾ ਉਹ ਪਾਸੇ ਨੂੰ ਜਾਂਦੇ ਹਨ। ਅੰਧੇ ਕੋ ਮਗ ਮੋਤੀ ਜੈਸੇ, ਇਹੋ ਜਿਹੇ ਲੋਕ ਵੀ ਜਿਹੜੇ ਹੁੰਦੇ ਨੇ ਉਹ ਇਦਾਂ ਦੇ ਨੇ ਜਿਵੇਂ ਕੋਈ ਬੰਦੇ ਨੂੰ ਦਿਖਾਈ ਨਹੀਂ ਦਿੰਦਾ, ਤਾਂ ਰਸਤੇ ਵਿੱਚ ਭਾਵੇਂ ਮੋਤੀ ਪਏ ਹੋਣ, ਉਹਦੇ ਵਾਸਤੇ ਮੋਤੀਆਂ ਦੀ ਕੋਈ ਉਹਨੂੰ ਕੀਮਤ ਨਹੀਂ ਪਤਾ, ਕਿਉਂਕਿ ਉਹਨੂੰ ਮੋਤੀ ਦੇਖਣੇ ਨਹੀਂ ਆਉਂਦੇ, ਅਜੇ ਤੱਕ ਉਹਦੇ ਕੋਈ ਸ਼ਕਤੀ ਨਹੀਂ ਹੈ ਦੇਖਣ ਦੀ। ਰਸਤੇ ਵਿੱਚ ਭਾਵੇਂ ਮੋਤੀ ਪਏ ਹਨ। ਪੁਸ਼ਪ ਸਮਾਨ ਸ਼ਾਂਤ ਕੀ ਜੋਈ, ਇੱਕ ਹੁੰਦੇ ਆ ਸ਼ਾਂਤ ਕੀ ਵਿਰਤੀ ਦੇ ਲੋਕ, ਉਹ ਹੁੰਦੇ ਉਹਨਾਂ ਦੇ ਵਿੱਚ ਫੁੱਲਾਂ ਵਰਗੀ ਸੁਗੰਧੀ ਹੁੰਦੀ ਹੈ, ਬਿਰਤੀ ਸ਼ਾਂਤ ਹੁੰਦੀ ਹੈ, ਵੀ ਲੱਕੜ ਦੀ ਤਰ੍ਹਾਂ ਕਠੋਰ ਨਹੀਂ, ਪੱਤਿਆਂ ਦੀ ਤਰ੍ਹਾਂ ਚੌੜੇ ਨਹੀਂ, ਪਰ ਉਹਨਾਂ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ। ਮధుਰ ਬਚਨ ਗੰਧ ਧਾਰਹਿ ਤੇ, ਉਹ ਐਵੇਂ ਦੇ ਪ੍ਰਾਣੀ ਹੁੰਦੇ ਜਿਨ੍ਹਾਂ ਦੇ ਬੋਲਾਂ 'ਚ ਮਿਠਾਸ ਹੈ। ਇਨਸਾਨੀ ਜੀਵਨ 'ਚ ਉਹਨਾਂ ਦੇ ਬੋਲਾਂ ਦੀ ਖਿੱਚ ਹੁੰਦੀ ਹੈ, ਉਹਦੀ ਇੱਕ ਸੁਗੰਧੀ ਹੁੰਦੀ ਹੈ। ਤਿਨ ਤੇ ਕੁਸ਼ਕ ਹੋਤ ਸੁਧਕਾਰਾ, ਉਹਨਾਂ ਦੇ ਕੋਲੋਂ ਥੋੜਾ ਬਹੁਤਾ ਉਸ ਦਾ ਪਤਾ ਚੱਲ ਜਾਂਦਾ, ਥੋੜੀ ਜਿਹੀ ਸੁੱਧ ਮਿਲ ਜਾਂਦੀ ਹੈ, ਨੇਕ ਕਰਨੀ ਦੇ ਰਾਹੀਂ ਪਤਾ ਲੱਗ ਜਾਂਦਾ ਹੈ। ਨਹਿ ਪਾਇਤ ਹੈ ਪ੍ਰਭੂ ਅਪਾਰਾ, ਪਰ ਅਪਾਰ ਪ੍ਰਭੂ ਦਾ ਭੇਦ ਨਹੀਂ ਖੁੱਲਦਾ, ਉਹਦੀ ਪ੍ਰਾਪਤੀ ਨਹੀਂ ਹੋ ਜਾਂਦੀ, ਪਰ ਥੋੜੀ ਉਹਨਾਂ ਦੇ ਸੀਨੇ ਠੰਡ ਪਈ ਰਹਿੰਦੀ ਹੈ ਨੇਕ ਕਰਨੀ ਕਰਕੇ। ਜਾਂ ਕਈ ਪੁਰਸ਼ ਜਿਵੇਂ ਦਾਨੀ ਹੁੰਦੇ ਆ, ਕੋਈ ਦਾਨ ਪੁੰਨ ਕਰਦੇ ਰਹਿੰਦੇ ਆ, ਜਾਂ ਕੋਈ ਥੋੜਾ ਬਹੁਤਾ ਜਪ ਤਪ ਹੁੰਦਾ, ਪਰ ਪੂਰਨ ਪਰਮਾਤਮਾ ਦਾ ਅਪਾਰਤਾ ਦਾ ਨਹੀਂ ਪਤਾ ਹੁੰਦਾ। ਸੀਨੇ ਠੰਡ ਹੁੰਦੀ ਹੈ ਵੀ ਉਹ ਰਸਤੇ ਤੇ ਚੱਲ ਰਹੇ ਹਨ। ਗਿਆਨੀ ਹੈ ਫਲ ਕੇਰ ਸਮਾਨਾ, ਜਿਹੜੇ ਖੋਜੀ ਪੁਰਸ਼ ਨੇ ਗੁਰੂ ਕੇ ਵਾਕ ਰਾਹੀਂ, ਉਹ ਫਲ ਦੇ ਤਰ੍ਹਾਂ ਨੇ, ਫੁੱਲ ਦੇ ਵੀ ਅੱਗੋਂ ਫਲ ਤੱਕ ਚਲੇ ਗਏ। ਬੀਜ ਰੂਪ ਹੈ ਤਹ ਪ੍ਰਭੂ ਮਿਲਾਨਾ, ਜਦੋਂ ਫਲ ਤੱਕ ਚਲੇ ਗਏ ਉਹਨਾਂ ਨੇ ਫਲ ਨੂੰ ਖਾਧਾ, ਫਲ ਦੇ ਵਿੱਚੋਂ ਉਹਨਾਂ ਨੂੰ ਬੀਜ ਦਾ ਭੇਦ ਖੁੱਲਿਆ ਵੀ ਆਹ ਬੀਜ ਆ ਇਹ ਦਰਖਤ ਦਾ। ਉਹ ਗਿਆਨ ਦੇ ਦੁਆਰਾ ਮਰਜ਼ਾਦਾ ਦੇ ਮੁਤਾਬਕ ਉਸ ਦੇ ਨੇੜੇ ਚਲੇ ਜਾਂਦੇ ਨੇ। ਫਲ ਚੱਖਦਿਆਂ ਚੱਖਦਿਆਂ ਉਹਨਾਂ ਨੂੰ ਪਤਾ ਲੱਗਦਾ ਵੀ ਇਹਦੇ ਵਿੱਚ ਆਹ ਬੀਜ ਰਹੱਸ ਹੈ, ਇਹ ਬੀਜ ਤੋਂ ਹੀ ਇਹ ਪੌਦਾ ਬਣਿਆ। ਇਸ ਵਾਸਤੇ ਜਿਨ੍ਹਾਂ ਦਾ ਜੀਵਨ ਗੁਰੂ ਕੇ ਗਿਆਨ ਤੋਂ ਆਤਮਕ ਖੋਜੀ ਬਣਦਾ, ਉਹਨਾਂ ਨੂੰ ਪਤਾ ਲੱਗਦਾ ਵੀ ਸਰੀਰ ਦੇ ਵਿੱਚ ਬ੍ਰਹਮ ਦੀ ਜੋਤ ਆ। ਇਸੇ ਤਰ੍ਹਾਂ ਹੀ ਸਾਰੇ ਸਰੀਰ ਨੇ। ਫਿਰ ਉਹ ਕਿਸੇ ਤਰ੍ਹਾਂ ਨਾਲ ਰਾਗ ਦਵੈਖ ਨਹੀਂ ਕਰਦੇ, ਭਾਵ ਕਿ ਨਾ ਮੋਹ ਕਰਦੇ ਨੇ, ਨਾ ਈਰਖਾ ਕਰਦੇ ਨੇ, ਨਾ ਉਹਨਾਂ ਨੂੰ ਖੁਸ਼ੀ ਆ ਨਾ ਗਮੀ ਆ। ਉਹਨਾਂ ਨੂੰ ਆਤਮਿਕ ਜਿਹੜਾ ਆਨੰਦ ਆ ਉਹੀ ਉਹਨਾਂ ਦਾ ਨਿੱਜਦਾ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਸ ਵਾਸਤੇ ਜੋ ਗਿਆਨੀ ਜੀਵਨ ਹੈ ਉਹ ਫਲ ਦੇ ਇਵੇਂ ਨੇੜੇ ਜਾਂਦਾ ਹੈ। ਅਪਰ ਸਥਾਨ ਸੋ ਪਾਵਤ ਨਾਹੀ, ਇਸ ਤਰ੍ਹਾਂ ਨਾਲ ਅਪਰ ਸਥਾਨ ਹੋਰ ਥਾਵਾਂ ਤੇ ਨਹੀਂ ਮਿਲਦਾ। ਇਸ ਵਾਸਤੇ ਆਪਾਂ ਗੁਰਬਾਣੀ ਵਿੱਚ ਬੜੀ ਵਾਰੀ ਇਹ ਬਚਨ ਪੜ੍ਹਦੇ ਵੀ ਗੁਰੂ ਵਾਲੇ ਬਣੋ, ਗੁਰੂ ਕੇ ਗਿਆਨ ਦੇ ਧਾਰਨੀ ਬਣੋ। ਤਾਂ ਮਹਾਰਾਜ ਕਹਿੰਦੇ ਉਸ ਬੀਜ ਦੇ ਨੇੜੇ ਚਲੇ ਜਾਂਦੇ ਨੇ, ਮੂਲ ਦੇ ਨੇੜੇ ਜਾਂਦੇ ਹਨ। ਬਸੇ ਸਦਾ ਸਤ ਸੰਗਤ ਮਾਹੀ, ਇਹੋ ਜਿਹੀਆਂ ਅਵਸਥਾਵਾਂ ਜਦੋਂ ਗਿਆਨ ਦੀਆਂ ਜੇ ਲੈਣੀਆਂ ਸਾਨੂੰ ਸਤਸੰਗ ਵਿੱਚੋਂ ਮਿਲਦੀਆਂ, ਗੁਰਸੰਗਤ ਵਿੱਚੋਂ ਜਾ ਕੇ ਮਿਲਦੀਆਂ।
ਸਤ ਸੰਗ ਵਿੱਚ ਗੁਰੂ ਕਾ ਗਿਆਨ ਹੈ, ਪਰਮੇਸ਼ਰ ਦਾ ਵਾਸਾ ਹੈ। ਹੇ ਪਿਤ ਇਕ ਪਰਮਾਤਮ ਸਾਰੇ। ਗੁਰੂ ਮਹਾਰਾਜ ਜੀ ਇਸ ਵਾਸਤੇ ਕਿਹਾ ਆਪਣੇ ਪਿਤਾ ਜੀ ਤਾਈਂ ਕਿ ਜੋ ਪਰਮਾਤਮਾ ਹੈ ਉਹ ਸਾਰੇ ਪਾਸੇ ਹੈ। ਰਾਗ ਦਵੈ ਕਿਉ ਕਰੋ ਵਿਚਾਰੇ। ਇਸ ਵਾਸਤੇ ਨਾ ਤਾਂ ਕਿਸੇ ਇੱਕ ਚੀਜ਼ ਦੀ ਮੋਹ ਕਰੋ, ਨਾ ਕਿਸੇ ਨਾਲ ਈਰਖਾ ਕਰੋ। ਮਹਾਰਾਜ ਜੀ ਨੇ ਕਿਹਾ ਇਸ ਵਾਸਤੇ, ਇਸ ਦਾ ਕਿਉਂ ਇਹਦੇ ਉੱਤੇ ਆਪਣਾ ਜੀਵਨ ਵਿਅਰਥ ਕਰਨਾ ਹੈ। ਅਪਰ ਕਲਪਨਾ ਤੇ ਮਨ ਰੋਕੋ। ਜਦੋਂ ਸਾਡਾ ਮਨ ਹੋਰਨਾਂ ਕਲਪਨਾ ਤੋਂ ਰੁਕ ਜਾਂਦਾ ਹੈ, ਸਰਬ ਸਥਾਨ ਏਕ ਅਵਲੋਕੋ। ਫਿਰ ਤੁਸੀਂ ਸਾਰੇ ਥਾਵਾਂ ਦੇ ਉੱਤੇ ਹੀ ਇੱਕ ਪਰਮਾਤਮਾ ਨੂੰ ਅਵਲੋਕੋ ਦਾ ਭਾਵ ਹੁੰਦਾ ਦੇਖ ਸਕਦੇ। ਜਦੋਂ ਤੁਹਾਡੀਆਂ ਮਨ ਬਿਰਤੀਆਂ ਦੇ ਵਿੱਚੋਂ ਅਪਨੇਤ ਨਿਕਲ ਗਈ, ਨਿਰਲੇਪ ਬਿਰਤੀ ਹੋਈ, ਬ੍ਰਹਮ ਨੂੰ ਵੇਖਣ ਦੇ ਵਿੱਚ ਤੁਹਾਡੀ ਦ੍ਰਿਸ਼ਟੀ ਜਿਹੜੀ ਆ ਉਹ ਸਫਲ ਹੋ ਜਾਏਗੀ। ਜਗਤ ਮੋਹਨੀ ਜੋ ਇਹ ਮਾਇਆ। ਮਹਾਰਾਜ ਜੀ ਨੇ ਵਾਕ ਕਿਹਾ ਜਗਤ ਨੂੰ ਮੋਹਣ ਵਾਲੀ ਹੈ ਇਹ ਜਿਹੜੀ ਮਾਇਆ ਹੈ। ਇਸ ਵਿਦ ਜਾਣੋ ਜਿਉ ਤਨ ਛਾਇਆ। ਮਹਾਰਾਜ ਕਹਿੰਦੇ ਇਹ ਏਦਾਂ ਦੀ ਜਾਣ ਲਓ, ਮਾਇਆ ਦਾ ਪ੍ਰਭਾਵ ਇਵੇਂ ਦਾ ਜਿਵੇਂ ਇਹ ਸਰੀਰ ਦਾ ਏਦਾਂ ਛਾਇਆ ਹੈ ਮਾਇਆ। ਸਾਡੇ ਕਰਤਾਰ ਸੋ ਭਾਨ ਸਮਾਨਾ। ਜੋ ਪਰਮਾਤਮਾ ਹੈ ਉਹ ਭਾਨ ਦੀ ਤਰ੍ਹਾਂ ਕਿ ਸੂਰਜ ਦੀ ਤਰ੍ਹਾਂ ਹੈ। ਜਬ ਇਹ ਨਰ ਸਨ ਮੁਖ ਤੇ ਪਿਆਨਾ। ਜੇਕਰ ਕੋਈ ਪ੍ਰਾਣੀ ਆਪਾਂ ਆਪਣੇ ਜੀਵਨ ਦੇ ਜਿਹੜੇ ਕਦਮ ਚੁੱਕਨੇ ਆ, ਕਦਮ ਪੁੱਟਨੇ ਆ, ਜੇ ਤਾਂ ਪਰਮਾਤਮਾ ਨੂੰ ਸਨਮੁਖ ਹੋ ਕੇ ਚੱਲਨੇ ਆ, ਗੁਰੂ ਘਰ ਵੱਲ ਸਾਡੇ ਕਦਮ ਜਾਂਦੇ ਨੇ, ਤੇ ਫਿਰ ਮਾਇਆ ਪਿੱਛੇ ਹੋ ਜਾਂਦੀ ਆ। ਪਰਛਾਵਾਂ ਜਿਹੜਾ ਮਾਇਆ ਦਾ ਪਿੱਛੇ ਹੁੰਦਾ ਤੇ ਗੁਰੂ ਰੂਪ ਸੂਰਜ ਦੇ ਨੇੜਿਓਂ ਸਾਨੂੰ ਗਿਆਨ ਮਿਲਦਾ। ਪਰਛਾਵਾਂ ਪਿੱਛੇ ਰਹਿ ਗਿਆ, ਤੁਸੀਂ ਅੱਗੇ ਹੋ ਗਏ। ਮਾਇਆ ਪਿੱਛੇ ਹੋ ਗਈ, ਗਿਆਨ ਅੱਗੇ ਆ ਗਿਆ। ਛਾਇਆ ਸਮਤੇ ਪਿੱਛੇ ਲਾਗੀ। ਫਿਰ ਤਾਂ ਜਿਹੜੀ ਮਾਇਆ ਉਹ ਪਿੱਛੇ ਪਿੱਛੇ ਲੱਗੀ ਫਿਰਦੀ ਉਹਨਾਂ ਦਾ ਜੀਵਨ ਸਬਰ ਵਾਲਾ ਹੁੰਦਾ ਗੁਰੂ ਜੀ ਦੇ ਸਨਮੁਖ ਹੋ ਕੇ, ਤੇ ਮਾਇਆ ਉਹਨਾਂ ਦੇ ਆਉਂਦੀ ਪਿੱਛੇ ਪਿੱਛੇ। ਪੁਨ ਨਾ ਆਦਰ ਹਰ ਅਨੁਰਾਗੀ। ਤਾਂ ਫਿਰ ਉਹਨਾਂ ਦੇ ਆਦਰ, ਪੁੰਨ ਨਾ ਆਦਰ ਹੈ ਹਰ ਅਨੁਰਾਗੀ, ਉਹ ਮਾਇਆ ਤੋਂ ਪ੍ਰਭਾਵ ਤੋਂ ਉੱਤੇ ਨਿਕਲ ਜਾਂਦੇ ਨੇ। ਉਹਨਾਂ ਦੇ ਅੰਦਰ ਜਿਹੜਾ ਪਰਮਾਤਮਾ ਦਾ ਪ੍ਰੇਮ ਬਣ ਜਾਂਦਾ ਉਹੀ ਉਹਨਾਂ ਨੂੰ ਮਾਇਆ ਦਾ ਵਿਸਰਜਨ ਕਰਾ ਦਿੰਦਾ, ਮਾਇਆ ਦਾ ਪ੍ਰਭਾਵ ਪਿੱਛੇ ਕਰ ਦਿੰਦਾ। ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਲੱਗ ਜਾਂਦੀ ਹੈ। ਹਰ ਤੇ ਪੀਠ ਸਮ ਆਗੈ ਧਾਈ। ਇਸ ਤਰ੍ਹਾਂ ਦੇ ਹਰ ਤੇ ਪੀਠ ਜੋ ਫੇਰ ਧਿਆਨਾ, ਜਿਹੜਾ ਇਨਸਾਨ ਵੀ ਪਰਮਾਤਮਾ ਦੇ ਵਾਲੇ ਪਾਸੇ ਪਿੱਠ ਕਰਕੇ ਚੱਲਦਾ ਤਾਂ ਉਹ ਚੱਲਦਾ ਵੀ ਪਰਮਾਤਮਾ ਵਾਲੇ ਪਾਸੇ ਜਿੰਨੇ ਪਿੱਠ ਕਰ ਦਿੱਤੀ। ਮਾਇਆ ਗਹਿਨ ਚਹੇ ਨਰ ਇਆਨਾ। ਫਿਰ ਉਹਦਾ ਪਰਛਾਵਾਂ ਜਿਹੜਾ ਬੰਦੇ ਦੇ ਅੱਗੇ ਹੋ ਜਾਂਦਾ, ਬੰਦਾ ਪਿੱਛੇ ਹੋ ਜਾਂਦਾ। ਜਿਹੜਾ ਗੁਰੂ ਰੂਪ ਸੂਰਜ ਤੋਂ, ਪਰਮਾਤਮਾ ਦੇ ਸਨਮੁਖ ਤੋਂ ਪਿੱਠ ਕਰ ਲੈਂਦਾ, ਉਹਦਾ ਪਰਛਾਵਾਂ ਫਿਰ ਉਹਦੇ ਅੱਗੇ ਅੱਗੇ ਚੱਲਦਾ। ਉਹਦੇ ਅੱਗੇ ਮਾਇਆ ਅੱਗੇ ਅੱਗੇ ਹੁੰਦੀ ਹੈ, ਬੰਦਾ ਪਿੱਛੇ ਪਿੱਛੇ ਹੁੰਦਾ। ਜੇ ਗੁਰੂ ਘਰ ਵੱਲ ਨੂੰ ਕੀਤਾ ਮੁੱਖ, ਮਾਇਆ ਪਿੱਛੇ ਪਿੱਛੇ ਆ, ਬੇਅਕਤੀ ਜਿਹੜਾ ਅੱਗੇ ਅੱਗੇ ਆ। ਮਹਾਰਾਜ ਕਹਿੰਦੇ ਇਹ ਦੋ ਤਰ੍ਹਾਂ ਦੀ ਜਿਹੜੀ ਹੈ ਜੀਵਨ ਦੇ ਸਮਝਣ ਦੀ, ਆਪਾਂ ਗੁਰੂ ਘਰ ਨੂੰ ਕਿਵੇਂ ਮੰਨਣਾ, ਗੁਰੂ ਕੇ ਗਿਆਨ ਨੂੰ ਕਿਵੇਂ ਧਾਰਨ ਕਰਨਾ, ਉਹਦੀ ਇੱਕ ਜੁਗਤੀ ਹੈ। ਤਬ ਛਾਇਆ ਸਮ ਆਗੈ ਧਾਈ। ਇਸ ਤਰ੍ਹਾਂ ਨਾਲ ਫਿਰ ਉਹ ਅੱਗੇ ਛਾਇਆ ਬਣ ਕੇ ਅੱਗੇ ਅੱਗੇ ਚਲੀ ਜਾਂਦੀ ਹੈ, ਬੰਦਾ ਉਹਦੇ ਪਿੱਛੇ ਪਿੱਛੇ ਚਲਿਆ ਜਾਂਦਾ ਹੈ। ਕਰੈ ਜਤਨ ਬੋ ਕਰਨ ਹੈ ਆਈ। ਬੜਾ ਯਤਨ ਕਰੇ ਫਿਰ ਉਹਦੇ ਮਾਇਆ ਵੀ ਹੱਥ ਨਹੀਂ ਆਉਂਦੀ, ਬ੍ਰਹਮ ਤਾਂ ਗਿਆ ਹੀ ਗਿਆ। ਫਿਰ ਉਹ ਮਾਇਆ ਨੂੰ ਫੜੀ ਜਾਂਦਾ ਘੁੰਮ ਘੁੰਮ ਕੇ, ਉਹ ਪਕੜ 'ਚ ਨਹੀਂ ਆਉਂਦੀ। ਜਿੰਨੇ ਵੀ ਆ ਰਹੇ ਹੋਰ ਚਾਹੀਦੀ ਆ, ਅਜੇ ਹੋਰ ਚਾਹੀਦੀ ਆ, ਹੋਰ ਚਾਹੀਦੀ ਆ, ਹੋਰ ਕਰਦੇ ਕਰਦੇ ਫਿਰ ਉਹਦਾ ਜੀਵਨ ਏਦਾਂ ਹੀ ਮੁੱਕਦਾ। ਉਹ ਘੁੰਮਣ ਘੇਰੀ ਦੇ ਵਿੱਚ ਨਹੀਂ ਨਿਕਲਦਾ। ਜਾਂ ਤੇ ਸਭ ਕੋ ਜੋ ਹੈ ਮੂਲਾ। ਮਹਾਰਾਜ ਜੀ ਨੇ ਬਚਨ ਕਿਹਾ ਇਸ ਵਾਸਤੇ ਜੋ ਸਾਰਿਆਂ ਦਾ ਮੂਲ ਹੈ, ਜਿਹਨੇ ਮਾਇਆ ਰਚੀ ਹੈ ਇੱਕੋ, ਤਾਂ ਜਿਹਨੇ ਉਹੀ ਉਹ ਰੂਪ ਆ ਜਿਹਨੇ ਮਾਇਆ ਦਾ ਮੋਹ ਵੀ ਨਾਸ ਕਰ ਦੇਣਾ, ਜਿਹਦਾ ਉਹਦੇ ਨਾਲ ਪ੍ਰੇਮ ਬਣ ਗਿਆ। ਸਿਮਰੋ ਪ੍ਰਭੂ ਹੋਏ ਅਨਕੂਲਾ। ਜਦੋਂ ਤੁਸੀਂ ਪਰਮਾਤਮਾ ਨੂੰ ਸਿਮਰਨੇ ਹੋ,
ਗੁਰੂ ਜੀ ਕਹਿਣ ਲੱਗੇ, ਉਦੋਂ ਗੁਰੂ ਮਹਾਰਾਜ ਕਹਿੰਦੇ ਤੁਸੀਂ ਪਰਮਾਤਮਾ ਦੇ ਅਨੁਕੂਲ ਹੋ ਗਏ ਤਾਂ ਮਾਇਆ ਦਾ ਜਿਹੜਾ ਪ੍ਰਭਾਵ ਸੀ ਉਹ ਜਾਂਦਾ ਰਿਹਾ। ਬਚਨਨ ਕੀ ਰਚਨਾ ਸੁਨ ਕਾਲੂ। ਇਹ ਗੱਲ ਜਿਹੜੀ ਆ ਨਾ ਗੁਰੂ ਪਿਆਰੀ ਸਾਧ ਸੰਗਤ ਜੀ ਬੜੀ ਵਾਰੀ ਗੁਰੂ ਨਾਨਕ ਸਾਹਿਬ ਜੀ ਦੀ ਜਾਂ ਬਾਕੀ ਗੁਰੂ ਸਾਹਿਬਾਨਾਂ ਦੀ ਦਸ਼ਮੇਸ਼ ਪਿਤਾ ਜੀ ਤੱਕ ਸਾਖੀਆਂ 'ਚ ਆਈ ਹੈ ਕਿ ਜਿਨ੍ਹਾਂ ਨੇ ਵੀ ਗੁਰੂ ਮਹਾਰਾਜ ਦੇ ਜਦੋਂ ਬਚਨ ਸੁਣੇ ਨੇ ਤਾਂ ਫਿਰ ਉਹਨਾਂ ਨੇ ਬਚਨ ਸੁਣ ਕੇ ਉਹਨਾਂ 'ਤੇ ਮਾਇਆਵੀ ਪ੍ਰਭਾਵ ਜਿਹੜੇ ਮਿਟ ਜਾਂਦੇ। ਮਹਾਰਾਜ ਨੇ ਬਚਨਾਂ ਦੇ ਵਿੱਚ ਉਹਨਾਂ ਨੂੰ ਆਪਣਿਆਂ ਦੇ ਵਿੱਚ ਗਿਆਨ ਦਿਆਂ ਤੇ ਉਹਨਾਂ ਦਾ ਮਨ ਜਿਹੜਾ ਸੀ ਦੁਨਿਆਵੀ ਪੱਖ ਤੇ ਬਿਲਕੁਲ ਭਿੰਨ ਕਰ ਦਿੱਤਾ। ਤਜੇ ਬਾਰ ਇੱਕ ਜਗਤ ਜੰਜਾਲੂ। ਉਹਨਾਂ ਨੂੰ ਨਾ ਇਹ ਖਬਰ ਹੀ ਭੁੱਲ ਗਈ ਵੀ ਸਾਡੇ ਵੀ ਜਿੰਨਾ ਮੈਂ ਕਮਾਇਆ ਦੌਲਤ, ਮੈਂ ਚਾਹੁੰਦਾ ਸੀ ਪੁੱਤਰ ਮੇਰਾ ਉਹਦੇ ਤੇ ਵੱਧ ਕਮਾਏ। ਉਹਨਾਂ ਨੂੰ ਇਹ ਪਤਾ ਲੱਗਾ ਵੀ ਇਹਨਾਂ ਕੋਲ ਕਈ ਗੁਣਾ ਵੱਧ ਹੈ, ਜੋ ਇਹਨਾਂ ਕੋਲ ਗਿਆਨ ਹੈ ਸਾਡੇ ਕੋਲ ਨਹੀਂ ਹੈ। ਅਸੀਂ ਉਹਦੇ ਵਿੱਚੋਂ ਥੋੜ੍ਹਾ ਜਿਹਾ ਲੈ ਕੇ ਹੀ ਤ੍ਰਿਪਤ ਹੋ ਗਏ। ਇਹਨਾਂ ਨੇ ਸੰਸਾਰ ਦਾ ਭਰਮਣ ਨਹੀਂ ਕੀਤਾ, ਐਵੇਂ ਇਹਨਾਂ ਨੇ ਸੰਸਾਰ ਦੀ ਕਲਿਆਣ ਕੀਤੀ ਹੈ ਫਿਰ ਕੇ। ਹੁਣ ਤਾਂ ਇਹੀ ਸਮਝਿਆ ਵੀ ਘਰੋਂ ਬਾਹਰ ਰਹੇ ਨੇ, ਹੁਣ ਉਹ ਇਹ ਸਮਝ ਗਏ ਵੀ ਇਹਨਾਂ ਨੇ ਘਰੋਂ ਬਾਹਰ ਰਹਿ ਕੇ ਜਿਹੜਾ ਸੰਸਾਰ ਦੇ ਜੀਵਾਂ ਨੂੰ ਸਿੱਧੇ ਰਸਤੇ ਹੁਣ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਸੀ। ਨਿਰਮਲ ਮਨ ਹੋਵੇ ਸਿਮਰਨ ਲਾਗਾ। ਮਨ ਜਿਹੜਾ ਸੀ ਨਿਰਮਲ ਹੋਏ ਗਿਆ। ਹੁਣ ਉਹਨਾਂ ਦੀ ਬਿਰਤੀ ਸਿਮਰਨ ਦੇ ਵਿੱਚ ਟਿਕ ਗਈ ਸੀ। ਉਪਜਿਓ ਗਿਆਨ ਮੋਹ ਤਮ ਭਾਗਾ। ਹਿਰਦੇ ਵਿੱਚ ਗਿਆਨ ਹੋ ਗਿਆ ਤੇ ਜਿਹੜਾ ਮੋਹ ਦਾ ਹਨੇਰਾ ਸੀ ਉਹ ਜਾਂਦਾ ਰਿਹਾ। ਨਿਸਬਾਸਰ ਹਰ ਸੋ ਲਿਵ ਲਾਗੀ। ਦਿਨੇ ਰਾਤ ਇੱਕ ਪਰਮਾਤਮਾ ਦੇ ਨਾਲ ਉਹਨਾਂ ਦੀ ਲਿਵ ਜਿਹੜੀ ਸੀ ਉਹ ਜੁੜੀ ਰਹਿੰਦੀ ਹੈ। ਹਿਰਦੈ ਦਵੈਤ ਜੇਤੀ ਸਭ ਭਾਗੀ। ਦਿਲ ਦੇ ਵਿੱਚ ਜਿੰਨੀ ਵੀ ਦਵੈਤ ਸੀ ਉਹ ਜਾਂਦੀ ਰਹੀ। ਇਹ ਗੱਲਾਂ ਵੀ ਮਨ ਦੇ ਵਿੱਚ ਮੈਂ ਤੂੰ ਦੋ ਭਿੰਨਤਾ ਵਾਲੀ ਨਹੀਂ ਰਹਿ ਗਈ। ਮੈਂ ਲੱਗਾ ਤੂੰ ਵੀ ਇਵੇਂ ਦੀ ਅਵਸਥਾ ਹੋਈ ਵੀ ਤੂੰ ਕਰਤੇ ਵਿੱਚ ਟਿਕਣ ਲੱਗੀ ਬਿਰਤੀ। ਏਕ ਲਖਿਓ ਪਰਮਾਤਮ ਸਾਰੇ। ਉਹ ਅਨੁਭਵ ਏਦਾਂ ਦਾ ਹੁੰਦਾ ਵੀ ਤੁਸੀਂ ਪਰਮਾਤਮਾ ਨੂੰ ਸਭ ਪਾਸੇ ਦੇਖ ਸਕਦੇ ਹੋ, ਉਹਨੂੰ ਸਮਝਣੇ ਹੋ, ਮਹਿਸੂਸ ਕਰਨੇ ਹੋ। ਅਨੇਕ ਕਲਪਨਾ ਕੀਨ ਨਿਵਾਰੇ। ਹੋਰ ਕਈ ਸਾਡੇ ਜਦੋਂ ਅਗਿਆਨਤਾ ਦੇ ਵਿੱਚ ਕਈ ਕਲਪਨਾ ਹੁੰਦੀਆਂ, ਅਸੀਂ ਕਈ ਚੀਜ਼ ਕਲਪਨਾ ਸਿਰਜਣੇ ਆ ਤਾਂ ਉਹ ਸਾਰੀਆਂ ਦੀਆਂ ਸਾਰੀਆਂ ਕਲਪਨਾ ਜਿਹੜੀਆਂ ਸੀ ਉਹ ਜਾਂਦੀਆਂ ਰਹੀਆਂ। ਜਿਉਂ ਸਰਾਪ ਭੂਖਨ ਮਤ ਤਿਆਗੇ। ਕਹਿੰਦੇ ਜਿਸ ਤਰ੍ਹਾਂ ਇੱਕ ਕੋਈ ਸਰਾਪ ਹੁੰਦਾ ਉਹ ਗਹਿਣਿਆਂ ਵਾਲੀ ਬੁੱਧੀ ਨੂੰ ਛੱਡ ਕੇ ਮੂਲ ਲੇਤ ਕੰਚਨ ਹਿਤ ਪਾਗੇ। ਉਹ ਏਦਾਂ ਕਰਦਾ ਹਮੇਸ਼ਾ ਵੀ ਸੋਨੇ ਦੇ ਪ੍ਰੇਮ ਦੇ ਵਿੱਚ ਲੱਗ ਕੇ ਤੇ ਉਸ ਗੱਲ ਸੋਨੇ ਦੀ ਉਹ ਪਰਖ ਕਰਦਾ। ਬਾਕੀ ਜਿਹਨੇ ਬਣਾਉਣਾ ਹੁੰਦਾ ਉਹ ਗਹਿਣਿਆਂ ਦੇ ਉੱਤੇ ਆ ਕੇ ਟਿਕ ਜਾਂਦਾ, ਮੈਂ ਕੜਾ ਬਣਾਉਣਾ, ਮੈਂ ਹਾਰ ਬਣਾਉਣਾ। ਉਹ ਗੱਲ ਉਹਦਾ ਧਿਆਨ ਸੋਨੇ ਤੇ ਹੁੰਦਾ, ਉਹਨੂੰ ਨਹੀਂ ਹੁੰਦਾ ਵੀ ਉਹਨੇ ਗਹਿਣੇ ਕਰਨੇ, ਉਹਨੇ ਆਪਣੇ ਸੋਨੇ ਦੇ ਹਿਸਾਬ ਨਾਲ ਗੱਲ ਕਰਨੀ ਹੈ। ਕਿਤਿਕ ਕਾਲ ਇਸ ਰੀਤ ਬਿਤਾਵਾ। ਜਦੋਂ ਕੁਝ ਕੁ ਸਮਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੰਗਤ ਉਹਨਾਂ ਦੇ ਪਿਤਾ ਜੀ ਦੇ ਨਾਲ ਗਿਆਨ ਗੋਸ਼ਟ ਵਿੱਚ ਹੋਈ ਨਾ ਤਾਂ ਫੇਰ ਸਮਾਂ ਸਰਾਧ ਕਰਨ ਕੋ ਆਵਾ। ਉਹਨਾਂ ਦੇ ਮਨ ਦੇ ਵਿੱਚ ਇੱਕ ਪਰੰਪਰਾ ਚਲੀ ਆ ਰਹੀ ਸੀ ਬੜੇ ਚਿਰਾਂ ਤੋਂ, ਜਿਹਦਾ ਉਹ ਪਾਲਣ ਕਰਦੇ ਸੀ। ਆਪਣੇ ਵੱਡੇ ਵਡੇਰਿਆਂ ਦੇ ਸਰਾਧ ਕਰਦੇ ਸੀ। ਸਰਬ ਸੋਜ ਕਾਲੂ ਅਨਵਾਈ। ਉਹਨਾਂ ਨੇ ਉਹ ਸਮੱਗਰੀ ਜਿਹੜੀ ਸੀ ਉਹ ਇਕੱਠੀ ਕੀਤੀ ਸਾਰੀ। ਰੀਤ ਸ਼ਰਾਧ ਕਰਨੇ ਬਨਵਾਈ। ਤਾਂ ਉਹਨਾਂ ਨੇ ਸੋਚਿਆ ਵੀ ਮੈਂ ਵੱਡੇ ਵਡੇਰਿਆਂ ਦੇ ਨਾਂ ਤੇ ਦਾਨ ਕਰਾਂ। ਭੋਜਨ ਕਰਿਓ ਦਿਜਨ ਕੇ ਹੇਤਾ। ਕੁਝ ਲੋਕਾਂ ਨੂੰ ਘਰ ਬੁਲਾ ਕੇ ਪ੍ਰਸ਼ਾਦਾ ਛਕਾਇਆ ਜਾਵੇ। ਭੀਰ ਭੂਰ ਪਰ ਰਹੀ ਨਕੇਤਾ। ਘਰ ਦੇ ਵਿੱਚ ਆਵਾਜਾਈ ਹੋਈ ਇਸ ਤਰ੍ਹਾਂ ਬਹੁਤ। ਪੰਡਿਤ ਇੱਕ ਬੁਲਾਏ ਤੇ ਕਾਲਾ। ਇੱਕ ਨੂੰ ਬੁਲਾਇਆ,
ਇਸ ਤਰ੍ਹਾਂ ਨਾਲ ਪੰਡਤ ਨੂੰ ਬੈਠਿਓ ਕਰਨ ਸ਼ਰਾਧ ਵਿਸਾਲਾ। ਉਹਨਾਂ ਨੇ ਕਿਹਾ ਵੀ ਆਪਾਂ ਵੱਡੇ ਵਡੇਰਿਆਂ ਹਿੱਤ ਦਾਨ ਕਰਨਾ ਹੈ। ਤਬ ਚਲ ਸਹਿ ਸੁਭਾਇਕ ਆਏ। ਸਹਿਜ ਸੁਭਾਵਕ ਹੀ ਉਹ ਚੱਲ ਆਏ ਸਭ। ਜੇ ਬੇਦੀ ਕੁਲ ਭਾਨ ਸੁਹਾਏ। ਜਿੱਥੇ ਹਜੂਰ ਮਹਾਰਾਜ ਜੀ ਉਨੀ ਦਿਨੀ ਪਿੰਡ ਸਨ। ਪਿਤ ਕੇ ਨਿਕਟ ਬੈਠ ਸੁਖ ਧਾਮਾ। ਫਿਰ ਗੁਰੂ ਮਹਾਰਾਜ ਇੱਕ ਦਿਨ ਜਦੋਂ ਫਿਰ ਆਪਣੇ ਪਿਤਾ ਜੀ ਦੇ ਕੋਲ ਬੈਠੇ, ਬਚਨ ਭਨੇ ਤੇ ਸ਼ਿਨ ਅਬਿਰਾਮਾ। ਮਹਾਰਾਜ ਨੇ ਆਪਣੇ ਪਿਤਾ ਜੀ ਤਾਈਂ ਪੁੱਛਿਆ ਉਹਨਾਂ ਨੇ। ਪਰਚੇ ਕੋਨ ਕਾਜ ਮੈਂ ਤਾਤਾ। ਗੁਰੂ ਜੀ ਕਹਿਣ ਲੱਗੇ, ਪਿਤਾ ਜੀ ਅੱਜ ਕੱਲ ਕਿਹੜੇ ਕੰਮ ਦੇ ਵਿੱਚ ਰੁੱਝੇ ਰਹਿੰਦੇ ਹੋ, ਕੀ ਗੱਲ ਹੈ? ਪੀਰ ਅਜਰ ਕਹੀਏ ਬਿਰਤਾਂਤਾ। ਆਪਣੇ ਘਰ ਦੇ ਵਿੱਚ ਬੜੀ ਆਵਾਜਾਈ ਹੋ ਰਹੀ ਆ, ਕੀ ਗੱਲ ਹੈ? ਸੁਨ ਕਰ ਕਾਲੂ ਬਚਨ ਉਚਾਰੇ। ਫਿਰ ਮਹਿਤਾ ਕਾਲੂ ਜੀ ਕਹਿਣ ਲੱਗੇ, ਪਿਤਰਨ ਕੀਰਨ ਸ਼ਰਾਧ ਹਮਾਰੇ। ਆਪਾਂ ਵੱਡੇ ਵਡੇਰਿਆਂ ਦੇ ਹਿੱਤ ਦਾਨ ਕਰਨਾ ਹੈ। ਦਿਵਸ ਆਜ ਕੀ ਕਰੇ ਸਦਾਈ। ਪਹਿਲਾਂ ਵੀ ਮੈਂ ਇਹ ਦਿਨਾਂ ਦੇ ਵਿੱਚ ਇਦਾਂ ਕਰਦਾ ਹਾਂ। ਇਹ ਸ਼ੁਭ ਰੀਤ ਸ਼ਰੁਤੀ ਨ ਗਾਈ। ਇਹ ਸਾਡੇ ਪਹਿਲਾਂ ਹੀ ਰੀਤ ਚਲੀ ਆ ਰਹੀ ਹੈ। ਹੇ ਪਿਤ ਸਤ ਬਚਨ ਤੁਮ ਮਾਨੋ। ਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਤੁਸੀਂ ਪਿਤਾ ਜੀ ਜੋ ਕਰਨੇ ਹੋ ਵੀ ਆਪਣੇ ਥਾਂ ਉਹ ਠੀਕ ਸੀ। ਪੁੰਨਵਾਨ ਅਤਸ਼ੈ ਨਿਜ ਜਾਨੋ। ਦਾਨ ਪੁੰਨ ਕਰਨਾ ਠੀਕ ਹੈ ਆਪਣੇ ਥਾਂ। ਪਿਤਰ ਗਈ ਤੁਮਰੀ ਅਸ ਠੌਰੀ। ਪਰ ਇੱਕ ਗੱਲ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ ਵੀ ਜਿਹੜੇ ਸਾਡੇ ਪਿੱਤਰ ਆ ਨਾ, ਜਿਹੜੀ ਥਾਂ ਤੇ ਚਲੇ ਗਏ ਹਨ, ਭੂਖ ਰੋ ਪਿਆਸ ਜਹਾਨ ਹੈ ਥੋਰੀ। ਉਹਨਾਂ ਨੂੰ ਕੋਈ ਇਸ ਦਾਨ ਦੀ ਲੋੜ ਨਹੀਂ ਆ ਵੀ ਅਸੀਂ ਇੱਥੇ ਦਾਨ ਕਰੀਏ ਤੇ ਉਹਨਾਂ ਨੂੰ ਉੱਥੇ ਮਿਲਣਾ। ਤੁਹਾਡੇ ਪਿੱਤਰ ਜਿੱਥੇ ਵਸੇ ਨੇ ਉਹ ਦਾਨ ਦੀ ਮੰਗ ਨਹੀਂ ਰੱਖਦੇ। ਹੁਣ ਨਾਹੇ ਸ਼ਰਾਧ ਕੀ ਕਰਤ ਉਡੀਕਾ। ਨਾ ਉਹ ਤੁਹਾਡੇ ਸ਼ਰਾਧ ਦੀ ਉਡੀਕ ਕਰ ਰਹੇ ਨੇ ਵੀ ਸਾਡੇ ਥੱਲੇ ਧਰਤੀ ਤੇ ਸਾਡਾ ਕੋਈ ਸ਼ਰਾਧ ਕਰੇ। ਰਹਿਤ ਸਦੀਵ ਤਹਾਂ ਸੁਖ ਨੀਕਾ। ਉਹ ਜਿੱਥੇ ਵਸਦੇ ਨੇ ਉਹਨਾਂ ਨੂੰ ਕਿਸੇ ਇਹੋ ਜੀ ਗੱਲ ਦੀ ਚਿੰਤਾ ਨਹੀਂ ਹੈ। ਜਿਨ ਕੇ ਪਿਤਰ ਅਸਨ ਜਲ ਚਾਹੇ। ਇਹ ਤਾਂ ਉਹਨਾਂ ਵਾਸਤੇ ਸ਼ਰਾਧ ਕਰਨਾ ਚਾਹੀਦਾ ਜਿਨ੍ਹਾਂ ਦੇ ਪਿੱਤਰ ਮੰਗ ਕਰਦੇ ਨੇ, ਜਿਨ੍ਹਾਂ ਨੇ ਜੀਂਦਿਆਂ ਉਹਨਾਂ ਦੀ ਕੋਈ ਸੇਵਾ ਨਹੀਂ ਕੀਤੀ, ਉੱਤੇ ਉਹਨਾਂ ਦੇ ਗਿਆਂ ਦੀ ਗਤੀ ਨਹੀਂ ਹੋਈ, ਉਹ ਕਰਨ। ਤੁਹਾਨੂੰ ਨਹੀਂ ਕਰਨ ਦੀ ਲੋੜ। ਕਰਨੋ ਸ਼ਰਾਧ ਤਿਨਹਿ ਕੋ ਐਹੀ। ਕਹਿੰਦੇ ਉਹਨਾਂ ਨੂੰ ਸ਼ਰਾਧ ਕਰਨਾ ਚਾਹੀਦਾ ਹੈ ਜਿਨ ਕੇ ਮਨ ਅਬਿਲਾਖਾ ਨਾਹੀ। ਪਰ ਜਿਨ੍ਹਾਂ ਦੇ ਪਿੱਤਰ ਤਰ ਗਏ ਨੇ ਇਹੋ ਜੀ ਇੱਛਾ ਹੀ ਨਹੀਂ ਮਨ ਦੇ ਵਿੱਚ। ਕਰੈ ਸ਼ਰਾਧ ਸੰਤਤ ਕਿਉ ਤਾਹੀ। ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਕਰਨਾ ਚਾਹੀਦਾ। ਆਪ ਸਭ ਦਿਜ ਕੋ ਦੇਹੁ ਆਹਾਰਾ। ਮਹਾਰਾਜ ਕਹਿੰਦੇ ਵੀ ਹੁਣ ਤੁਹਾਨੂੰ ਨਹੀਂ ਇਹ ਕਰਨਾ ਚਾਹੀਦਾ। ਤਾਂ ਮਹਿਤਾ ਕਾਲੂ ਜੀ ਨੇ ਪੁੱਛਿਆ ਉਹਨਾਂ ਦੇ ਪਾਸੋਂ, ਕਿਉਂ? ਕਰੋ ਸ਼ਰਾਧ ਤਜੋ ਬਿਵਹਾਰਾ। ਮਹਾਰਾਜ ਕਹਿੰਦੇ ਤੁਸੀਂ ਨਹੀਂ ਕਰੋ। ਉਹਨਾਂ ਨੇ ਕਾਰਨ ਪੁੱਛਿਆ। ਗੁਰੂ ਜੀ ਨੇ ਦੱਸਿਆ ਵੀ ਉਹਨਾਂ ਦੇ ਪਿੱਤਰ ਜਿਹੜੇ ਨੇ ਉਹ ਬੈਕੁੰਠ ਧਾਮ ਦੇ ਵਿੱਚ ਜਾ ਚੁੱਕੇ ਨੇ। ਉਹਨਾਂ ਦੀ ਅਵਸਥਾ ਉੱਚੀ ਹੈ, ਉਹਨਾਂ ਦੀ ਮੰਗ ਨਹੀਂ ਹੈ। ਉਹਨਾਂ ਨੂੰ ਦਿਖਾਇਆ, ਉਹਨਾਂ ਨੂੰ ਲੱਗਾ ਵੀ ਉਹਨਾਂ ਦਾ ਸਭ ਪਰਿਵਾਰ ਦਾ ਜੀਵਨ ਸਫਲ ਹੋਇਆ। ਇਸ ਤਰ੍ਹਾਂ ਨਾਲ ਗੁਰ ਇਤਿਹਾਸ ਇੱਕ ਵਹਿੰਦੇ ਦਰਿਆਓ ਦੀ ਤਰ੍ਹਾਂ ਹੈ, ਜਿਸ ਵਿੱਚ ਸਾਰੀਆਂ ਸੰਗਤਾਂ ਸੁਣ ਕੇ ਇਸ਼ਨਾਨ ਕਰਦੀਆਂ, ਆਪਣੇ ਮਨ ਬਿਰਤੀ ਦੀਆਂ ਭੁੱਲ ਚੁੱਕ ਦੀ ਖਿਮਾ। ਗੁਰਦੇਵ ਔਰ ਗੁਰੂ ਕੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਗ੍ਰੰਥੀ ਸਾਹਿਬਾਨ ਪਾਸੋਂ ਆਖਰੀਆਂ ਪੰਕਤੀਆਂ ਦਾ ਪਾਠ ਸਰਵਣ ਕਰੋ ਜੀ। ਜਿਨ ਕੇ ਮਨ ਅਬਿਲਾਖਾ ਨਾਹੀ। ਕਰੇ ਸ਼ਰਾਧ ਸੰਤਤ ਕਿਉ ਤਾਹੀ। ਆਪ ਸਭ ਦਿਜ ਕੋ ਦੇਹੁ ਆਹਾਰਾ। ਕਰਨੋ ਸ਼ਰਾਧ ਤਜੋ ਬਿਵਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।